ਕੈਪਟਨ ਤੇ ਚੰਨੀ ਤੇ ਕਹਿੰਦੇ ਅਸੀਂ 1 ਲੱਖ ਅਸੀਂ ਨੌਕਰੀਆਂ ਦੇਣੀਆਂ, ਤੁਸੀਂ 26,000 ਤੇ ਰੋਗੇ। ਵਿਧਾਨ ਸਭਾ 'ਚ ਮਤਾ ਪਾਸ ਕੀਤਾ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਉਹਦੇ 'ਚ ਵੱਡੀਆਂ ਗੱਲਾਂ ਕੀਤੀਆਂ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ, ਅਸੀਂ ਕੂਚ ਕਰਾਂਗੇ, ਦਿੱਲੀ ਕਰਾਂਗੇ, ਹਾਲੇ ਹੋਇਆ ਨਹੀਂ। ਦਿੱਲੀ ਦੇ ਮਾਣਯੋਗ ਮੁੱਖ ਮੰਤਰੀ IIT ਦੇ ਗ੍ਰੈਜੂਏਟ ਹੈ, ਸੀਨੀਅਰ ਅਫਸਰ ਰਹੇ ਹੈ। ਇੱਕ ਮਿਸ਼ਨ ਤੇ ਉਸ ਇਨਸਾਨ ਨੇ ਕੰਮ ਕੀਤਾ ਹੈ। ਉਹ ਕੋਈ ਰਾਹੁਲ ਗਾਂਧੀ ਵਾਂਗੂ ਕੋਈ ਫਰਜ਼ੀ ਡਿਗਰੀ ਲੈ ਕੇ ਨਹੀਂ ਆਏ। ਪਾਰਲੀਮੈਂਟ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਹਿੰਦਾ ਹੋਵੇ ਕਿਹੜਾ ਪੰਜਾਬ ਹੈ, ਡੈਪੂਟੇਸ਼ਨ ਕੋਟਾ ਹੀ ਹੈ ਨਹੀਂ, ਤੇ ਆਪਣੇ ਮਾਲਵਿੰਦਰ ਕੰਗ ਜਾਂ ਭਗਵੰਤ ਸਿੰਘ ਮਾਨ ਹੋਣਾ ਨੂੰ ਉਹਦੀ ਆਵਾਜ਼ ਹੀ ਨਹੀਂ ਸੁਣੀ। ਨਹੀਂ, ਮੈਨੂੰ ਕਿਵੇਂ ਸੁਣ ਗਈ? ਭਗਵੰਤ ਸਿੰਘ ਮਾਨ ਦੀ ਰੰਗੀਲੀ ਸਰਕਾਰ ਪੰਜਾਬ ਦੇ ਲੋਕਾਂ ਨੂੰ ਬੜੇ ਚਾਅ ਨੇ, ਮਲ੍ਹਾਰ ਨੇ, ਔਰ ਆਸਾਂ ਵੀ ਬਹੁਤ ਨੇ। ਅੱਜ ਹੋ ਗਏ ਨੇ 50 ਦਿਨ, ਭਾਵੇਂ ਲੋਕਾਂ ਦੀਆਂ ਆਸਾਂ ਤੇ ਫਿਲਹਾਲ ਤੇ ਪੂਰੇ ਨਹੀਂ ਉਤਰੇ, ਪਰ 50 ਦਿਨ ਤੇ ਕਹਿੰਦੇ ਵੀ ਸੈਕਟਰੀਏਟ ਦੀਆਂ ਸੜਕਾਂ ਤੇ ਜਾਣ ਨੂੰ ਤੇ ਦਫ਼ਤਰਾਂ ਦਾ ਰਾਹ ਰੂ ਲੱਭਣ ਨੂੰ ਲੱਗ ਜਾਂਦੇ ਨੇ। ਪਰ ਫਿਰ ਵੀ ਕਾਫੀ ਕੁਛ ਕੀਤਾ ਔਰ ਕਈ ਕੁਛ ਕਰਨ ਵਾਲਾ, ਔਰ ਕਈ ਸਵਾਲ ਵੀ ਜਿਹੜੇ ਨੇ ਬਹੁਤ ਵੱਡੇ ਸਿਆਸੀ ਖੜੇ ਹੋ ਗਏ ਨੇ। ਉਹਦੇ ਸੰਬੰਧ ਵਿੱਚ ਅੱਜ ਅਸੀਂ ਗੱਲ ਕਰਾਂਗੇ। ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਪਹਿਲੀ ਵਾਰੀ ਸਾਡੇ ਸਟੂਡੀਓ 'ਚ ਆਏ ਨੇ। ਪਹਿਲੋਂ ਆਏ ਸੀ ਬਤੌਰ ਬੁਲਾਰੇ, ਅੱਜ ਮੁੱਖ ਬੁਲਾਰੇ। ਮਾਲਵਿੰਦਰ ਕੰਗ ਜੀ, ਮੁਬਾਰਕਾਂ। ਬਹੁਤ ਜੀ ਭਾਜੀ, ਬਹੁਤ ਬਹੁਤ ਸ਼ੁਕਰੀਆ। ਬਹੁਤ ਖੁਸ਼ੀ ਹੋਈ ਤੁਹਾਨੂੰ ਮੁੱਖ ਬੁਲਾਰੇ ਬਣਾਇਆ, ਔਰ ਲੱਗਦਾ ਡਿਜ਼ਰਵ ਵੀ ਕਰਦੇ ਸੀ ਤੁਸੀਂ। ਪਾਰਟੀ ਲੀਡਰਸ਼ਿਪ ਦਾ ਧੰਨਵਾਦ ਹੈ ਜੀ, ਉਹਨਾਂ ਨੇ ਉਮੀਦ ਭਰੋਸਾ ਜਤਾਇਆ। ਕੰਗ ਸਾਹਿਬ, ਗੱਲ 50 ਦਿਨਾਂ ਦੀ ਜੀ, ਜੇ ਮੁੱਖ ਤੌਰ ਤੇ ਜੋ ਤੁਹਾਨੂੰ ਦਿਸ ਰਿਹਾ ਵੀ ਪੰਜਾਬ ਦੇ ਲੋਕਾਂ ਨੂੰ 50 ਦਿਨਾਂ ਵਿੱਚ ਕੀ ਮਿਲਿਆ ਤੁਹਾਡੀ ਸਰਕਾਰ ਤੋਂ? ਦੇਖੋ, 2-3 ਗੱਲਾਂ ਭਾਜੀ ਜਿਹਨੂੰ ਆਪਾਂ ਕਹਿ ਰਹੇ ਹਾਂ ਹਿਸਟੋਰੀਕਲੀ ਬੜੀਆਂ, ਮਤਲਬ ਇੱਕ ਤਰ੍ਹਾਂ ਦੇ ਮਾਈਲਸਟੋਨ ਹੈ। ਮਾਨ ਸਾਹਿਬ ਇਲੈਕਸ਼ਨ ਤੋਂ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਮੈਂ ਨੌਜਵਾਨਾਂ ਦੇ ਹੱਥਾਂ 'ਚੋਂ ਟੀਕੇ ਖੋਹ ਕੇ ਟਿਫਨ ਫੜਾਉਣੇ। ਉਸ ਕੜੀ 'ਚ ਉਹਨਾਂ ਨੇ 26,454 ਨੌਕਰੀਆਂ ਦੀ ਨੋਟੀਫਿਕੇਸ਼ਨ ਜਾਰੀ ਕਰ ਦੇਣੀ ਅੱਡ-ਅੱਡ ਡਿਪਾਰਟਮੈਂਟਾਂ ਦੀ। ਉਹ ਉਹਨਾਂ ਨਾਲ ਹਰਾ ਪੈਨ ਉਹਨਾਂ ਦਾ ਚੱਲ ਗਿਆ ਤਾਂ ਕਿ ਅਸੀਂ ਬ੍ਰੇਨ ਡਰੇਨ ਰੋਕੀ। ਦੂਜਾ ਸਭ ਤੋਂ ਵੱਡੀ ਜਿਹੜੀ ਮੈਨੂੰ ਬਦਲਾਵ, ਜਿਹਨੂੰ ਵਾਰ-ਵਾਰ ਜਿਹੜੇ ਕਈ ਲੋਕ ਕਹਿ ਰਹੇ ਬਦਲਾਵ ਕੀ ਹੋਇਆ, ਪਿਛਲੀਆਂ ਸਰਕਾਰਾਂ 'ਚ ਇਹ ਵਿਉਂਤਬੰਦੀਆਂ ਬਣਦੀਆਂ ਸੀ ਵੀ ਸਰਕਾਰ 'ਚ ਆ ਕੇ ਅਸੀਂ ਸਰਕਾਰੀ ਸਰਮਾਇਆ ਲੁੱਟਣਾ ਕਿਸ ਤਰ੍ਹਾਂ ਆ, ਸਰਕਾਰੀ ਪਲਾਟ ਕਿਸ ਤਰ੍ਹਾਂ ਲੈਣੇ ਆ, ਸਰਕਾਰੀ ਜਿਹੜੇ ਕਾਰੋਬਾਰ ਹੈ ਉਹਨਾਂ 'ਚ ਹਿੱਸੇਦਾਰੀ ਕਿਸ ਤਰ੍ਹਾਂ ਪਾਉਣੀ ਆ। ਮਾਨ ਸਾਹਿਬ ਦੀ ਸਰਕਾਰ 'ਚ ਆ ਕੇ ਜਿਸ ਤਰੀਕੇ ਨਾਲ ਪੰਜਾਬ ਦੀਆਂ ਸਰਕਾਰੀ ਪੰਚਾਇਤੀ ਜ਼ਮੀਨਾਂ ਵਾਪਸ ਆਉਣ ਲੱਗ ਗਈਆਂ। ਪਹਿਲਾਂ ਤੇ ਮਾਣਯੋਗ ਮੰਤਰੀ ਜੀ ਨੇ ਆਪ ਪਹਿਲ ਕੀਤੀ, ਉਸ ਤੋਂ ਬਾਅਦ ਜਿਹੜੀ ਸਮਾਣੇ ਦੀ ਘਟਨਾ, ਸਮਾਣੇ ਪਿੰਡ ਦੀ, ਉਹ ਆਪਣੇ ਆਪ ਬਹੁਤ ਵੱਡੀ ਗੱਲ ਹੈ ਵੀ ਪਰਿਵਾਰ ਨੇ 43 ਏਕੜ ਵਲੰਟਰਲੀ ਪੰਜਾਬ ਸਰਕਾਰ ਨੂੰ ਜ਼ਮੀਨ ਵਾਪਸ ਕੀਤੀ, ਔਰ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਜੀ ਦੇ ਕਹਿਣ ਤੇ ਮਾਣਯੋਗ ਮੰਤਰੀ ਸਾਹਿਬ ਉੱਥੇ ਗਏ ਔਰ ਕਣਕ ਦੇ ਦਾਣੇ ਝੋਲੀ ਪਾਏ ਔਰ ਅਰਦਾਸ ਕੀਤੀ ਉਸ ਪਰਿਵਾਰ ਦੀ ਸੁੱਖ ਸਾਂਦ। ਮੈਨੂੰ ਲੱਗਦਾ ਇਹ ਸਮਾਜਿਕ ਬਦਲਾਵ ਹੈ, ਇਹ ਪੰਜਾਬ ਦਾ ਪੋਜ਼ਿਟਿਵ ਬਦਲਾਵ ਹੈ। ਸਾਨੂੰ ਸਾਰਿਆਂ ਨੂੰ ਮਿਲ ਕੇ, ਦੇਖੋ ਸਰਕਾਰ ਜ਼ਰੂਰ ਬਦਲੀ ਹੈ, ਨੋ ਡਾਊਟ, ਪੰਜਾਬ ਦੇ ਲੋਕਾਂ ਨੇ ਇਤਿਹਾਸਿਕ ਫੈਸਲਾ ਲਿਆ, ਲੇਕਿਨ ਇਸ ਤਰ੍ਹਾਂ ਦੇ ਜੈਸਚਰ ਜਿਹਨੂੰ ਕਹਿ ਸਕਦੇ ਆ, ਪਹਿਲ ਕਦਮੀਆਂ ਵੀ ਸਾਨੂੰ ਕਰਨੀਆਂ ਪੈਣੀਆਂ। ਮੈਨੂੰ ਇਹ ਦੋ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਲੱਗਦੀਆਂ ਵੀ ਇਹ ਸਰਕਾਰ ਬਹੁਤ ਚੰਗੇ ਡਾਇਰੈਕਸ਼ਨ 'ਚ ਜਾ ਰਹੀ। ਪਰ ਕੰਗ ਸਾਹਿਬ, ਤੁਸੀਂ ਕਿਹਾ ਵੀ ਹਰਾ ਪੈਨ ਚਲਾਤਾ, 26,000 ਕੁਛ ਪੋਸਟਾਂ ਜਿਹੜੀਆਂ ਕੱਢਤੀਆਂ ਨੇ। ਪਹਿਲੀ ਗੱਲ ਤੇ ਇਹ ਕਈ ਸਾਲਾਂ ਤੋਂ ਖਾਲੀ ਸੀ, ਇਹ ਨਹੀਂ ਵੀ ਜਿਹੜੀਆਂ ਖਾਲੀ ਸੀ ਉਸ ਤੋਂ ਵੱਧ ਆਮ ਆਦਮੀ ਪਾਰਟੀ ਨੇ ਕੋਈ ਰੁਜ਼ਗਾਰ ਦਿੱਤਾ। ਦੂਸਰੀ ਗੱਲ, ਕੈਪਟਨ ਤੇ ਚੰਨੀ ਤੇ ਕਹਿੰਦੇ ਅਸੀਂ 1 ਲੱਖ ਅਸੀਂ ਨੌਕਰੀਆਂ ਦੇਣੀਆਂ, ਤੁਸੀਂ 26,000 ਤੇ ਰੋਗੇ। ਨਹੀਂ, ਮੈਂ ਤੇ ਸਿਰਫ 50 ਦਿਨ ਦੀ ਗੱਲ ਕਰ ਰਿਹਾ। ਅੱਜ 50 ਦਿਨ 'ਚ ਇਨੀਸ਼ੀਅਲ ਪੀਰੀਅਡ, ਹਨੀਮੂਨ ਪੀਰੀਅਡ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹਦੇ 'ਚ ਜੇ ਸਰਕਾਰ ਨੇ ਆਪਣੀ ਮਨਸ਼ਾ ਤੇ ਪਹਿਲ ਦਿਖਾਤੀ ਵੀ ਸਾਡੀ ਪ੍ਰਾਇੋਰਟੀ ਕੀ ਰਹਿਣ ਵਾਲੀ ਹੈ, ਨੌਜਵਾਨ, ਕਿਸਾਨ। ਦੇਖੋ, ਦੂਜੀ ਗੱਲ ਕੀਤੀ ਆ ਵੀ ਸਿੱਧੀ ਬਿਜਾਈ ਕਰੋ 1500 ਏਕੜ ਪਰ ਏਕੜ ਅਸੀਂ ਪੈਸਾ ਦੇਵਾਂਗੇ। ਹਾਲਾਂਕਿ ਇਹ ਕਹਿ ਸਕਦੇ ਹਾਂ ਵੀ ਪੈਸਾ ਹੋਰ ਵੀ ਚਾਹੀਦਾ ਕਿਸਾਨੀ ਮੋਰੇ ਹਾਲਾਤ, ਲੇਕਿਨ ਇਹ ਵੀ ਪਹਿਲੀ ਵਾਰ ਹੋਇਆ ਵੀ ਅਸੀਂ ਡਾਇਵਰਸਿਫਿਕੇਸ਼ਨ ਲਈ ਜਾਣਾ ਹੈ ਤੇ ਸਰਕਾਰ ਨੇ ਕੰਕਰੀਟ ਸਟੈਪ ਲਿਆ ਉਹਦੇ ਲਈ। MSP ਵੀ ਦਿੱਤੀ ਕੁਝ ਫਸਲ, 4 ਫਸਲਾਂ ਤੇ ਮਾਨ ਸਾਹਿਬ ਨੇ ਕਹਿਤਾ ਵੀ MSP ਦੇਵਾਂਗੇ, ਤੁਸੀਂ ਬੀਜੋ, ਪੰਜਾਬ ਸਰਕਾਰ ਖਰੀਦੂਗੀ। ਕਦੀ ਪਹਿਲ ਕਦਮੀ ਨਹੀਂ ਹੋਈ। ਅਗਰ ਆਪਾਂ ਇਹਨੂੰ ਸੰਜੀਦਗੀ ਨਾਲ ਸਾਰੀ ਚੀਜ਼ ਨੂੰ ਸਟੱਡੀ ਕਰਦੇ ਹਾਂ, ਜਿਹੜੀ ਪੰਜਾਬ ਸਰਕਾਰ ਨੇ ਟੀਚਾ ਰੱਖਿਆ 12 ਲੱਖ ਹੈਕਟੇਅਰ ਦਾ ਖੇਤੀ ਦਾ, ਜਿਹੜੀ ਸਿੱਧੀ ਬਿਜਾਈ ਥੱਲੇ ਆਵੇ, ਇਸ ਵਾਰ 20,000 ਮੈਗਾਵਾਟ ਬਿਜਲੀ ਆਪਾਂ ਬਚਾ ਸਕਦੇ ਹਾਂ ਪੰਜਾਬ ਦੇ ਲੋਕ, ਕਰੋੜਾਂ ਰੁਪਇਆ ਦਾ ਖਰਚਾ ਬਚਾ ਸਕਦੇ ਹਾਂ, ਔਰ
ਪਾਣੀ ਬਚਾ ਸਕਦੇ, ਜਿਹੜੀ ਸਭ ਤੋਂ ਸਾਡੇ ਲਈ ਇੰਪੋਰਟੈਂਟ ਚੀਜ਼ ਹੈ ਆਉਣ ਵਾਲੇ ਟਾਈਮ। ਸੋ ਮੈਨੂੰ ਲੱਗਦਾ ਹੈ ਜਦੋਂ ਤੁਸੀਂ ਸਾਰਾ ਮੁਲਾਂਕਣ ਕਰਦੇ ਹੋ ਨਾ, ਤੁਸੀਂ ਸਰਕਾਰ ਦੀ ਮਨਸ਼ਾ ਤੇ ਉਸ ਕਿਸ ਡਾਇਰੈਕਸ਼ਨ 'ਚ ਜਾ ਰਹੀ ਆ, ਮੁੱਖ ਮੰਤਰੀ ਜੀ ਔਰ ਉਹਨਾਂ ਦੀ ਸਰਕਾਰ ਦੀ ਸੋਚ ਕੀ ਆ, ਵਿਜ਼ਨ ਕੀ ਆ ਔਰ ਕਿਸ ਡਾਇਰੈਕਸ਼ਨ ਜਾ ਰਹੀ, ਉਹ ਇਸ ਤੋਂ ਸਾਬਿਤ ਹੁੰਦਾ। ਕੰਗ ਸਾਹਿਬ ਦੇਖੋ, ਬਿਲਕੁਲ ਠੀਕ ਹੈ। ਮੈਂ ਕਹਿੰਦਾ ਵੀ ਪੰਜਾਬ ਦੇ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗ ਪਏ ਵੀ ਮਾਨ ਸਾਹਿਬ ਦੀ ਸਰਕਾਰ ਜਿਹੜੀ ਹੈ ਇਹ ਲੋਕਾਂ ਲਈ ਕੰਮ ਕਰਦੀ ਹੈ, ਭਾਵੇਂ ਕੁਝ ਵੱਧ ਘੱਟ ਵੀ ਹੋ ਜਾਏ ਤਾਂ ਵੀ ਲੋਕ ਕਹਿਣਗੇ ਵੀ ਵਿਚਾਰਾ ਕਰੇ ਕੀ ਮਾਨ, ਪੈਸੇ ਤੇ ਉਨੇ ਹੀ ਹੈ ਜਿੰਨੇ ਹੈਗੇ ਦੇਈ ਜਾਂਦਾ। ਇਮਾਨਦਾਰੀ, ਪਹਿਲੀ ਗੱਲ ਤੇ ਇਮਾਨਦਾਰੀ, ਲੋਕਾਂ 'ਚ ਟਰਸਟ, ਵਿਸ਼ਵਾਸ ਬਣੇ। ਪਰ ਮੈਂ ਫਿਰ ਉੱਥੇ ਆਊਂਗਾ, ਵੈਸੇ ਤੇ ਅੱਗੇ ਵੀ ਤੁਰਾਂਗੇ ਵੀ 26,000 ਪੋਸਟਾਂ ਕੱਢੀਆਂ ਨੇ। ਇਹ 26,000 ਪੋਸਟਾਂ ਜਿਹੜੀਆਂ ਕੈਪਟਨ ਨੇ ਵੀ ਕੱਢੀਆਂ ਸੀ ਔਰ ਚੰਨੀ ਨੇ ਵੀ ਕੱਢੀਆਂ ਸੀ ਆਪਣੀ ਕੈਬਨਿਟ 'ਚ। ਉਹਨੇ ਤੇ 1 ਲੱਖ ਕਹਿਤੀਆਂ ਅਸੀਂ ਦੇਵਾਂਗੇ, ਪਰ 50 ਦਿਨਾਂ 'ਚ ਹਾਲੇ ਨੌਕਰੀ ਮਿਲੀ ਨਹੀਂ ਗੀ। ਇਸ ਤੋਂ ਅੱਗੇ ਮੈਂ ਨਾਲ ਹੋਰ ਸਵਾਲ ਲੈਣਾ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ, ਆਪਾਂ ਬਾਦਲ ਸਾਹਿਬ ਤੇ ਚੱਲ ਜਾਈਏ, ਬਾਦਲ ਸਾਹਿਬ ਦੀ ਸਰਕਾਰ 'ਚ ਕਿਹਾ ਵੀ ਠੇਕਾ ਮੁਲਾਜ਼ਮ ਰੈਗੂਲਰ ਕਰਾਂਗੇ, ਨਹੀਂ ਕੀਤੇ। 2016 'ਚ ਜਾਂਦਿਆਂ ਐਕਟ ਬਣਾ ਕੇ ਖੂਹ 'ਚ ਪੈ ਗਿਆ, ਉਹ ਆਪਣੇ ਚੋਣ ਜ਼ਾਬਤੇ 'ਚ ਰੁਲ ਗਿਆ। ਕੈਪਟਨ ਸਾਹਿਬ 4.5 ਕਹੀ ਗਏ, ਕੱਖ ਨਹੀਂ ਹੋਇਆ, ਤੇ ਫਿਰ ਚਰਨਜੀਤ ਚੰਨੀ ਹੋਣੀ ਅਖੀਰਲੇ ਸਮੇਂ 'ਚ ਬਣਾ ਗਏ ਤੇ ਉਹ ਕਹਿੰਦੇ ਜੀ ਆਬਜੈਕਸ਼ਨ ਲਾਤੇ ਰਾਜਪਾਲ ਨੇ, ਪਰ ਐਕਟ ਬਣ ਗਿਆ ਸੀ। ਉਹ ਹੁਣ ਮਾਨ ਸਾਹਿਬ ਦੀ ਤੁਹਾਡੀ ਸਰਕਾਰ ਨੂੰ ਚੰਗਾ ਨਹੀਂ ਲੱਗਿਆ, ਹੁਣ ਕਿਹਾ 35,000 ਅਸੀਂ ਠੇਕਾ ਮੁਲਾਜ਼ਮ ਭਰਤੀ ਕਰਾਂਗੇ। ਕਦੋਂ ਕਰਦੇ ਨੇ, ਚਲੋ ਪ੍ਰੋਸੈਸ ਆ ਹੋ ਜਾਏਗਾ। ਪਰ ਉੱਥੇ ਵੀ ਸਵਾਲ ਖੜੇ ਹੁੰਦੇ ਜਿੱਥੇ 26,000 ਦੇ ਸਵਾਲ ਖੜੇ ਹੁੰਦੇ ਨੇ ਵੀ 70-80,000 ਦੇ ਕਰੀਬ ਠੇਕਾ ਮੁਲਾਜ਼ਮ ਨੇ। ਚੰਨੀ ਸਰਕਾਰ ਨੇ ਆਊਟਸੋਰਸ ਮੁਲਾਜ਼ਮਾਂ ਨੂੰ ਇਗਨੋਰ ਕਰਤਾ ਸੀ, ਇਹ ਸਾਫ਼ ਹੋ ਗਿਆ ਵੀ ਤੁਸੀਂ ਵੀ ਇਗਨੋਰ ਕਰ ਰਹੇ ਜੇ। ਉਹ ਜਿਹੜਾ 50-60,000 ਮੁਲਾਜ਼ਮ, ਉਹਦੇ ਬਾਰੇ ਤਾਂ ਬੋਲੇ ਹੀ ਨਹੀਂ। ਤੁਸੀਂ ਆਪਣਾ ਜਵਾਬ, ਆਪਣੇ ਸਵਾਲ ਜਵਾਬ ਦੇ। ਪਿਛਲੀਆਂ ਸਰਕਾਰਾਂ ਨੇ ਇਲੈਕਸ਼ਨ ਦੇ ਟਾਈਮ ਜਾ ਕੇ ਇਹ ਪ੍ਰਕਿਰਿਆ ਸ਼ੁਰੂ ਕੀਤੀ, ਪਤਾ ਸੀ ਇਲੈਕਸ਼ਨ ਆ ਜਾਣਾ, ਕੋਡ ਆਫ ਕੰਡਕਟ ਲੱਗ ਜਾਣਾ, ਹੋਊਗਾ ਠੀਕ ਹੈ, ਨਹੀਂ ਤੇ ਅਗਲੀ ਸਰਕਾਰ ਭੁਗਤੂ। ਬੁਨਿਆਦੀ ਫਰਕ ਇਹ ਆ ਵੀ ਮਾਨ ਸਾਹਿਬ ਨੇ ਆਪਣੀ ਸਰਕਾਰ ਦੇ ਬਣਨ ਦੇ 50 ਦਿਨ ਦੇ ਅੰਦਰ ਇਹ ਪ੍ਰਕਿਰਿਆ ਸ਼ੁਰੂ ਕਰਤੀ ਔਰ ਵਿਦਿਨ 6 ਮੰਥ ਇਹਨੂੰ ਫਿਲਅਪ ਵੀ ਕਰ ਲੈਣਾ। ਇਹ ਟਾਈਮ ਬਾਉਂਡ ਕੀਤਾ ਐਗਜ਼ੈਕਟਲੀ ਵਿਦਿਨ 6 ਮਹੀਨੇ ਉਹਨਾਂ ਨੇ ਇਹ 26,400 ਜਿਹੜੇ ਇਹ ਭਰਤੀ ਹੋ ਜਾਣਗੇ। 35,000 ਕੱਚੇ ਮੁਲਾਜ਼ਮ ਪੱਕੇ ਕਰਨ ਵਾਲੀ ਜਿਹੜੀ ਗੱਲ ਹੈ, ਉਹਦੇ ਤੇ ਇੱਕ ਕਮੇਟੀ ਬਣਾਈ ਗਈ ਹੈ। ਜਿਹੜੀਆਂ ਵੀ ਪ੍ਰੋਸੀਜਰਲ ਖਾਮੀਆਂ, ਕਮੀਆਂ ਜੋ ਵੀ ਆ। ਲੇਕਿਨ ਮੈਂ ਜਿਹੜੀ ਗੱਲ ਤੇ ਆਉਣਾ ਚਾਹੁੰਦਾ ਹੈ ਵੀ ਇਨੀਸ਼ੀਅਲ ਟਾਈਮ ਤੇ ਅਸੀਂ ਭੱਜਾਂਗੇ ਕਿੱਥੇ ਲੋਕਾਂ ਤੋਂ? ਅਸੀਂ ਭੱਜ ਵੀ ਨਹੀਂ ਸਕਦੇ, ਨਾ ਸਾਡੀ ਭੱਜਣ ਦੀ ਮਨਸ਼ਾ ਹੈ। ਸੋ ਇਰਾਦੇ ਸਪਸ਼ਟ ਹੈ। ਇੱਕ ਗੱਲ ਇਹਦੇ ਨਾਲ ਹੋਰ, ਅਸੀਂ ਪਹਿਲਾਂ ਵੀ ਕਿਹਾ ਸੀ ਇਲੈਕਸ਼ਨ ਤੋਂ ਵੀ ਅਸੀਂ ਇੱਕ MLA ਨੂੰ ਇੱਕ ਪੈਨਸ਼ਨ ਦੇਵਾਂਗੇ। ਮਾਨ ਸਾਹਿਬ ਨੇ ਉਹ ਵੀ ਰੈਗੂਲਰ, ਬਹੁਤ ਵਧੀਆ ਫੈਸਲਾ, ਉਹਦਾ ਬਹੁਤ ਅੱਛਾ ਫੈਸਲਾ। ਦੋ ਫਰਕ ਹੈ, ਇੱਕ ਤੇ ਸਮਾਜ 'ਚ ਸਮਾਨਤਾ ਸੀਗੀ। MLA 8-8 10-10 ਪੈਨਸ਼ਨਾਂ, ਜਿਹੜਾ ਇੱਕ ਆਮ EMPLOYE ਆ ਉਹ ਇੱਕ ਪੈਨਸ਼ਨ। ਸਮਾਜ 'ਚ ਸਮਾਨਤਾ ਵੀ ਮਿਲੇ ਬਣੀ ਆ, ਔਰ ਦੂਜਾ ਸਰਕਾਰ ਨੂੰ ਪੈਸੇ ਦੀ ਕਮੀ, ਪੈਸਾ ਵੀ ਜਿਹੜਾ ਆਰਥਿਕ ਤੌਰ ਤੇ ਫਾਇਦਾ ਹੋਊਗਾ। ਨੋ ਡਾਊਟ ਤੁਹਾਡੀ ਗੱਲ ਨੂੰ ਮੈਂ ਐਗਰੀ ਹਾਂ, ਬਹੁਤ ਚੈਲੰਜਸ ਹੈ ਪੰਜਾਬ ਦੇ ਸਾਹਮਣੇ, ਲੇਕਿਨ ਪੰਜਾਬ ਦੇ ਲੋਕ ਇਸ ਗੱਲ ਨੂੰ ਸਮਝਦੇ ਆ। ਸੈਂਟਰ ਸਾਡੇ ਨਾਲ ਮਤਲਬ ਕਿਸੇ ਨਾ ਕਿਤੇ ਵਿਤਕਰਾ ਕਰ ਰਿਹਾ, ਉਲਝਾਉਣਾ ਚਾਹੁੰਦਾ ਹੈ, ਲੇਕਿਨ ਇਸ ਤੋਂ ਬਾਵਜੂਦ ਵੀ ਕਿਉਂਕਿ ਮੁੱਖ ਮੰਤਰੀ ਜੀ ਨੇ ਆਪ ਕੋਈ ਹਿੱਸੇਦਾਰੀ ਨਹੀਂ ਰੱਖਣੀ, ਕਿਸੇ ਬਿਜ਼ਨਸ ਦਾ ਪਾਰਟਨਰ ਨਹੀਂ ਬਣਨਾ, ਮਨਸ਼ਾ ਇਹ ਸਾਫ਼ ਹੈ ਵੀ ਮਿਸ਼ਨ ਤੇ ਆ, ਕਮਿਸ਼ਨ ਤੇ ਨਹੀਂ। ਸੋ ਆਉਣ ਵਾਲੇ ਟਾਈਮ 'ਚ ਨੌਕਰੀਆਂ ਹੋਰ ਵੀ ਹੋਣਗੀਆਂ, ਲੇਕਿਨ ਇਹ ਇੱਕ ਕੰਕਰੀਟ ਲੈਵਲ ਸਟੈਪ ਹੋਊਗਾ, ਇਹਨੂੰ ਫੁੱਲਫਿਲ ਕੀਤਾ ਜਾਊਗਾ, ਨਾ ਕਿ ਚੁਣਾਵੀ ਵਾਅਦੇ ਰਹਿਣ। ਫੈਸਲਾ, ਪਰ ਇੱਕ ਹੋਰ ਵੀ ਫੈਸਲਾ ਵਾਅਦਾ ਕੀਤਾ ਸੀ, ਖਾਸ ਕਰਕੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਹੋਣੀ ਆਪ ਕਹਿੰਦੇ ਹੁੰਦੇ ਸੀ ਵੀ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਮੁਲਾਜ਼ਮਾਂ ਦੀ ਬਹਾਲ ਕਰਾਂਗੇ, ਉਹ ਵੀ ਹਾਲੇ ਪੈਂਡਿੰਗ ਪਈ। ਨਹੀਂ, ਬਿਲਕੁਲ ਉਹ ਵੀ ਸਰਕਾਰ ਦੇ ਤੁਹਾਡੇ ਧਿਆਨ 'ਚ, ਉਹ ਵੀ ਸਰਕਾਰ ਦੇ ਧਿਆਨ 'ਚ ਹੈ। ਟੀਚਰਸ ਨੂੰ UGC ਜਿਹੜਾ ਪੇ ਸਕੇਲ ਦੇਣਾ ਹੈ, ਕਾਲਜ ਟੀਚਰ ਯੂਨੀਅਨ, ਉਹ ਵੀ ਬੜਾ ਵੱਡਾ ਐਜੀਟੇਸ਼ਨ ਚੱਲਿਆ। 20-25,000 ਸਾਡੇ ਪ੍ਰੋਫੈਸਰ ਟੀਚਰ ਹੈ, ਉਹ ਵੀ ਆ, ਬਹੁਤ ਸਾਰੇ ਮਸਲੇ ਆ। ਲੇਕਿਨ ਭਾਜੀ ਮੈਂ ਇੱਕ ਗੱਲ, ਸਾਡੀ ਜਿਹੜੀ ਆਰਥਿਕ ਸਥਿਤੀ ਹੈ ਸੂਬੇ ਦੀ, ਉਹ ਮਤਲਬ ਬਹੁਤ ਵਧੀਆ ਸਥਿਤੀ 'ਚ ਨਹੀਂ ਹੈ। ਤੁਸੀਂ ਆ ਗਏ ਫਿਰ ਅੱਜ ਸਰਕਾਰ ਨੇ ਮਨਪ੍ਰੀਤ ਬਾਦਲ ਵਾਲੀ ਗੱਲ ਬੋਲਣ ਲੱਗ ਪਏ। ਇਹ ਨਹੀਂ ਕਿ ਖਜ਼ਾਨਾ ਖਾਲੀ ਹੈ, ਮੈਂ ਇਹ ਇੱਕੋ ਗੱਲ ਹੈ। ਨਹੀਂ, ਇੱਕੋ ਗੱਲ ਨਹੀਂ ਗੀ। ਇੱਕ 5,000 ਜ਼ਮੀਨ, 5,000 ਏਕੜ ਜ਼ਮੀਨ ਦਾ ਟਾਰਗੇਟ ਸਰਕਾਰ ਨੇ ਪਹਿਲੇ ਮਹੀਨੇ, ਜਿਹੜਾ ਮਈ ਦੇ ਮਹੀਨੇ 'ਚ ਲਿਆ, ਬਹੁਤ ਵਧੀਆ ਸਟੈਪ ਹੈ। ਉਹਦੀ ਸ਼ੁਰੂਆਤ ਹੋ ਗਈ ਨਾ। 29 ਏਕੜ ਜ਼ਮੀਨ ਜਿਹੜੀ ਕੱਲੀ ਮੁਹਾਲੀ ਦੀ, ਉਹ ਵੀ ਕਰੋੜਾਂ ਦੀ ਆ, 100 ਕਰੋੜ ਤੋਂ ਉੱਪਰ। ਬਿਲਕੁਲ। ਸਰਕਾਰ ਇਲੀਗਲ ਖੱਡਾਂ ਰੇਤਦੀਆਂ ਪੂਰੀ ਬੰਦ ਹੈ। ਕੋਈ ਇੱਕ ਬੰਦਾ ਕਹਿ ਦੇ ਵੀ ਇਲੀਗਲ ਖੱਡ ਕੋਈ ਪੰਜਾਬ ਚੱਲ ਰਹੀ,
ਸਰਕਾਰ ਦੇ ਜਿਹੜੇ ਰਿਸੋਰਸ ਹੈ, ਪੰਜਾਬ 'ਚ ਪੈਸੇ ਦੀ ਕਮੀ ਨਹੀਂ ਸੀ, ਮੈਨੇਜਮੈਂਟ ਔਰ ਅਗਵਾਈ ਦੀ ਕਮੀ ਸੀ। ਨੀਤਮਾ ਪੈਸਾ ਵੀ ਆਊਗਾ ਖਜ਼ਾਨੇ 'ਚ, ਆ ਰਿਹਾ, ਲੇਕਿਨ ਜੇ ਮੈਂ ਕਹਾਂ ਵੀ ਰਾਤੋਂ ਰਾਤ ਚਮਤਕਾਰ ਹੋ ਜਾਊਗਾ, ਇਹ ਪੋਸੀਬਲ ਨਹੀਂ ਹੈ। ਟਾਈਮ ਦੇਣਾ ਪੈਣਾ, ਜਿਹੜਾ ਸਾਡੇ ਮੁੱਖ ਮੰਤਰੀ ਜੀ ਹੌਲੀ ਹੌਲੀ ਪੁਰਾਣੇ ਸਰਕਾਰਾਂ ਦੀਆਂ ਬੋਲੀਆਂ ਬੋਲਣ ਲੱਗ ਪਏ। 1.5 ਸਾਲ 'ਚ ਡਰਾਸਟਿਕ ਚੇਂਜਸ ਹੋਣਗੇ, ਜਿਹੜੇ ਪੰਜਾਬ ਦੇ ਭਵਿੱਖ ਨੂੰ ਲੈ ਕੇ ਬਹੁਤ ਵਧੀਆ ਹੋਣ। ਕਾਮਨਾ ਕਰਦੇ ਆ। ਕੰਗ ਸਾਹਿਬ, ਤੁਹਾਨੂੰ ਬੜੇ ਚਿਰ ਤੋਂ ਦੇਖਦੇ ਆ ਰਹੇ, ਤੁਸੀਂ ਇੱਕ ਜੁਝਾਰੂ ਲੀਡਰ ਜੇ ਪੰਜਾਬ ਯੂਨੀਵਰਸਿਟੀ 'ਚ ਦੇਖਿਆ, ਵਿਦਿਆਰਥੀ ਲਹਿਰ 'ਚ, ਹੋਰ ਵੀ ਲਹਿਰਾਂ 'ਚ ਤੁਹਾਨੂੰ ਦੇਖਿਆ। ਮੈਂ ਇੱਕ ਇੰਟਰਵਿਊ ਕੀਤੀ ਸੀ ਪਿਛਲੇ ਦਿਨਾਂ, ਸ਼ਾਇਦ ਇੱਕ ਕੁੜੀ ਰੋਂਦੀ, ਸ਼ਾਇਦ ਤੁਸੀਂ ਸੁਣੀ ਹੋਵੇ ਜਾਂ ਨਾ ਸੁਣੀ ਹੋਵੇ। ਉਹ ਸਰਵਿਸ ਪ੍ਰੋਵਾਈਡਰ ਨੇ, 18 ਸਾਲ ਤੋਂ ਸਰਵਿਸ ਪ੍ਰੋਵਾਈਡਰ ਲੱਗੇ ਨੇ। ਉਹਨਾਂ ਦੀ ਤਨਖਾਹ 6000 ਤੋਂ ਲੈ ਕੇ 11,000 ਰੁਪਏ ਤੱਕ, 13,000 ਨੇ, 35,000 'ਚ ਉਹਨਾਂ ਦਾ ਕਿਤੇ ਨਾਂ ਨਹੀਂ। ਔਰ ਸਰਕਾਰ ਦੇ ਵਿੱਚ ਕਿਤੇ, ਪਿਛਲੀਆਂ ਸਰਕਾਰਾਂ 'ਚ, ਇਸ ਸਰਕਾਰ 'ਚ ਵੀ ਉਹ ਏਜੰਡਾ ਨਹੀਂ। ਔਰ ਕੁੜੀ ਇਹ ਕਹਿ ਰਹੀ ਸੀ ਵੀ ਹੁਣ ਤੇ ਸਾਨੂੰ ਕੋਈ ਆਸ ਨਹੀਂ, ਤੇ ਜੇ ਭਗਵੰਤ ਸਿੰਘ ਮਾਨ ਹੋਣੀ ਹੁਣ ਵੀ ਕਹਿੰਦੇ ਨੇ ਵੀ ਅਸੀਂ ਕੁਛ ਨਹੀਂ ਕਰ ਸਕਦੇ, ਤੇ ਰੋ ਕੇ ਕਹਿ ਰਹੀ ਵੀ ਲਾਈਨ 'ਚ ਖੜੇ ਕਰ ਲਓ ਤੇ ਸਾਨੂੰ ਗੋਲੀਆਂ ਮਾਰ ਦਿਓ। ਇੱਦਾਂ ਦੇ ਇਸ਼ੂ ਤੁਹਾਡੇ ਅੱਗੇ ਖੜੇ ਨੇ, ਔਰ ਸ਼ਾਇਦ ਉਹ ਸੜਕਾਂ 'ਤੇ ਚੱਲ ਰਹੇ ਨੇ। ਮੈਂ ਅੱਗੇ ਵੱਧਦਾ, ਮੈਨੂੰ ਲੱਗਦਾ ਵੀ ਜਿਹੜੇ ਲੈਵਲ 'ਤੇ ਤੁਸੀਂ, ਜੇ ਤੁਹਾਨੂੰ ਜੇ ਮੁੱਖ ਬੁਲਾਰਾ ਬਣਾਇਆ, ਤੇ ਸ਼ਾਇਦ ਪਾਰਟੀ ਨੇ ਬਹੁਤ ਸੋਚ ਕੇ ਬਣਾਇਆ। ਵੱਡਾ ਮਸਲਾ ਚੰਡੀਗੜ੍ਹ ਦੇ ਮਸਲੇ 'ਤੇ ਭਗਵੰਤ ਮਾਨ ਹੋਣਾ ਨੇ ਬਹੁਤ ਵਧੀਆ ਕੀਤਾ। ਕੁਇਕ ਵਿਧਾਨ ਸਭਾ ਦਾ ਸੈਸ਼ਨ ਸੱਦਿਆ ਸਪੈਸ਼ਲ, ਤੇ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕਰਨ ਦਾ ਮਤਾ ਪਾਸ ਕੀਤਾ। ਪਰ ਦੂਸਰੇ ਪਾਸੇ 1 ਅਪ੍ਰੈਲ ਤੋਂ ਜਿਹਦੇ ਵਿਰੁੱਧ ਮਤਾ ਪਾਸ ਕੀਤਾ ਸੀ, ਕੇਂਦਰ ਸਰਕਾਰ ਦੇ ਕੇਂਦਰੀ ਸੇਵਾ ਨਿਯਮ ਚੰਡੀਗੜ੍ਹ ਡਿਊਟੀ 'ਤੇ ਲਾਗੂ ਹੋ ਗਏ ਨੇ। ਹੁਣ ਉਹ ਮਤਾ ਤੇ ਉੱਥੇ ਹੀ ਪਿਆ, ਨਾ ਦਿੱਲੀ ਕੂਚ ਕੀਤਾ, ਨਾ ਮੋਦੀ ਸਾਹਿਬ ਦੇ ਘਰ ਅੱਗੇ ਧਰਨਾ ਮਾਰਿਆ, ਤੇ ਨਾ ਪ੍ਰੋਟੈਸਟ ਕੀਤਾ। ਇਹਦਾ ਮਤਲਬ ਵੀ ਉਹ ਪਿਛਲੀਆਂ ਸਰਕਾਰਾਂ ਵਾਂਗ ਤੁਹਾਡੇ ਮਤੇ ਵੀ ਜਿਹੜੀ ਹੈ ਉਹ ਰਸਮ ਬਣ ਕੇ ਰਹਿ ਜਾਣਗੇ। ਦੇਖੋ, ਇੱਕ ਤੇ ਪਿਛਲੇ ਸਾਲਾਂ 'ਚ ਸੈਂਟਰ ਸਰਕਾਰ ਨੇ ਸੈਂਟਰਲਾਈਜ਼ ਕੀਤਾ ਸਿਸਟਮ ਨੂੰ ਸਾਰਾ, ਉਦੋਂ ਟੋਕਾ ਟਾਕੀ ਉਹਦੀ ਕੋਈ ਕੀਤੀ ਨਹੀਂ। ਮੈਂ ਚੰਡੀਗੜ੍ਹ ਤੇ ਆ ਰਿਹਾ, ਚੰਡੀਗੜ੍ਹ 'ਚ ਮੁਲਾਜ਼ਮ 60-40 ਦੀ ਭਰਤੀ ਹੋਣੇ ਸੀ। ਬੀਜੇਪੀ ਦੀ ਸਰਕਾਰ ਸੰਘ ਪਾੜ ਕੇ ਕਹਿੰਦੀ ਆ, ਸਿਟਕੋ ਵਾਲਾ ਇਸ਼ੂ ਉਹਨਾਂ ਨੇ ਦਿੱਤਾ, BBMB ਵਾਲਾ ਦਿੱਤਾ, ਵੀ ਪੰਜਾਬ ਸਰਕਾਰ ਜਿਹੜੀ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਸਾਨੂੰ ਇੰਪਲੋਈ ਨਹੀਂ ਭੇਜੀ। ਹੁਣ ਦੱਸੋ ਇਹਦੇ ਲਈ ਕੌਣ ਗੁਨਾਹਗਾਰ ਹੈ? ਸਰਕਾਰਾਂ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ। ਮੈਂ ਚੰਡੀਗੜ੍ਹ ਤੇ ਫਿਰ ਮੈਂ ਤੇ ਬੜੀ ਬਾਰੀਕੀ ਨਾਲ ਇਸ ਗੱਲ ਨੂੰ ਸਮਝਦਾ। ਪੰਜਾਬ ਯੂਨੀਵਰਸਿਟੀ ਅਸੀਂ ਵਾਰ-ਵਾਰ ਕਹਿੰਦੇ ਸਾਡੀ ਯੂਨੀਵਰਸਿਟੀ ਹੈ, ਵੀ ਸਾਡੀ ਹੈ। ਪੰਜਾਬ ਯੂਨੀਵਰਸਿਟੀ ਦੀ ਜਿਹੜੀ ਬਣਦੀ ਗ੍ਰਾਂਟ ਹੈ ਉਹ ਵੀ ਪੰਜਾਬ ਸਰਕਾਰ ਰੋਕ ਲੈਂਦੀ ਹੈ। ਹੁਣ ਪੰਜਾਬ ਯੂਨੀਵਰਸਿਟੀ ਟੀਚਰ ਐਸੋਸੀਏਸ਼ਨ ਜਿਹੜੇ ਸਾਡੇ ਪੰਜਾਬੀ, ਉਹਨਾਂ ਨੇ ਡਿਮਾਂਡ ਕਰਤੀ ਅਸੀਂ ਸੈਂਟਰ ਸਰਵਿਸ ਰੂਲ ਲਾਗੂ ਕਰਵਾਓ। ਅੱਕ ਕੇ, ਕਿਉਂਕਿ ਉਹਨਾਂ ਨੂੰ ਜਿਹੜੀ ਬੇਸਿਕ ਸੈਲਰੀ ਜਾਣੀ ਆ, ਜਾਂ ਆਰਥਿਕ ਤੌਰ ਤੇ ਜਿਹੜਾ ਫਰਜ਼ ਬਣਦਾ ਇੱਕ ਸੂਬੇ ਦਾ। ਸੋ ਇਹ ਸਾਰੀਆਂ ਚੀਜ਼ਾਂ ਇਸ ਲੈਵਲ ਤੇ ਹੁਣ ਤੁਸੀਂ ਦਿਓ ਗ੍ਰਾਂਟ, ਤੁਹਾਡੀ ਸਰਕਾਰ ਆ ਗਈ ਹੁਣ। ਸਾਡੇ ਪਹਿਲੇ ਬਜਟ 'ਚ ਉਹਦੇ ਜ਼ਰੂਰ ਸਾਡੇ ਜਿਹੜੇ ਫਾਈਨੈਂਸ ਮਿਨਿਸਟਰ ਹੈ ਇਸ ਚੀਜ਼ ਦਾ ਪ੍ਰੋਵੀਜ਼ਨ ਰੱਖਣਗੇ, ਧਿਆਨ ਰੱਖਣਗੇ ਮੈਨੂੰ ਲੱਗਦਾ। ਔਰ ਅਸੀਂ ਨਿੱਜੀ ਤੌਰ ਤੇ, ਮੇਰਾ ਤੇ ਆਪਣਾ ਵੀ ਵੈਸੇ ਇੰਟਰਸਟ ਰਹਿੰਦਾ ਯੂਨੀਵਰਸਿਟੀਆਂ ਨੂੰ ਲੈ ਕੇ। ਦੂਜੀ ਗੱਲ, ਇਹ ਸਥਿਤੀਆਂ ਤਾਂ ਹੀ ਬਣੀਆਂ ਆ ਵੀ ਵਾਰ-ਵਾਰ ਸੈਂਟਰ ਨੂੰ ਮੌਕਾ ਦੇਤਾ ਵੀ ਇਸ ਤਰੀਕੇ ਨਾਲ। ਤਾਂ ਹੀ ਮਾਨ ਸਾਹਿਬ ਦੀ ਸਰਕਾਰ ਬਣੀ ਹੈ। ਜਦੋਂ ਭਰਤੀ ਕੀਤੇ ਸੀ ਮਾਨ ਸਾਹਿਬ ਦੀ ਸਰਕਾਰ ਤਾਂ ਹੀ ਬਣੀ। ਆਪਾਂ ਹੁਣ ਇਸ ਸਰਕਾਰ ਦੇ ਮਾਨ ਸਾਹਿਬ ਦੀ ਸਰਕਾਰ ਨੇ ਜਿਹੜਾ ਇੱਕ ਕਨਸਟੀਟਿਊਸ਼ਨਲ ਪ੍ਰੋਵੀਜ਼ਨ ਹੈ ਜਾਂ ਪ੍ਰਵਿਊ ਆ, ਜਿਹੜਾ ਇੱਕ ਸਾਡੀ ਜੂਰਿਸਡਿਕਸ਼ਨ ਹੈ ਕਰਤਾ, ਉਹਦੇ 'ਚ ਹੀ ਕਰ ਸਕਦੇ ਹਾਂ ਨਾ ਅਸੀਂ। ਜੇ ਅਸੀਂ ਹੁਣ ਉਹਨਾਂ ਨੂੰ ਗੋਲੀ ਤੇ ਮਾਰਨ ਤੋਂ ਰਹੇ। ਕਿਆ ਬਾਤ ਹੈ। ਇਹ ਸੇਮ ਸਵਾਲ ਮੈਂ ਜਦੋਂ ਕਰਦਾ ਸੀ, ਤੇ ਪਿਛਲੀਆਂ ਸਰਕਾਰਾਂ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਇਹੀ ਸ਼ਬਦ ਕਹਿੰਦੇ ਸੀ। ਤੁਸੀਂ ਵੀ ਉੱਥੇ ਆ? ਮੈਂ ਉੱਥੇ ਨਹੀਂ ਆਇਆ, ਮੈਂ ਇਹ ਕਹਿ ਰਿਹਾ ਉਹਨਾਂ ਵੀ ਇਹੀ ਕਿਹਾ ਸੀ, ਹੁਣ ਅਸੀਂ ਗੋਲੀ ਮਾਰ ਦਈਏ ਕਾਕਾ ਜੀ? ਨਹੀਂ, ਅਸੀਂ ਤਾਂ ਮਤਾ ਹੀ ਪਾਸ ਕਰ ਸਕਦੇ। ਜਿਹੜਾ ਮਸਲਾ ਪਿਛਲਾ ਹੋ ਗਿਆ, ਜਿਹੜੇ ਹੁਣ ਚੰਡੀਗੜ੍ਹ 'ਚ EMPLOYE ਭਰਤੀ ਹੋਣੇ, ਪੰਜਾਬ ਸਰਕਾਰ ਉਹਦੇ ਧਿਆਨ 'ਚ ਪ੍ਰਾਇੋਰਟੀ ਤੇ ਭੇਜੂਗੀ, ਆਪਣੇ ਨਾਮ ਵੀ ਭੇਜੂਗੀ। ਪੰਜਾਬ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਲੈ ਕੇ ਗ੍ਰਾਂਟ ਵੀ ਰਿਲੀਜ਼ ਕਰੂਗੀ, ਕਿਉਂਕਿ ਜਿਹੜੇ ਪੰਜਾਬ ਯੂਨੀਵਰਸਿਟੀ ਦਾ ਨੌਨ ਟੀਚਿੰਗ ਹੈ ਉਹ ਇਸ ਗੱਲ ਦੀ ਡਿਮਾਂਡ ਕਰਦਾ ਵੀ ਪੰਜਾਬ ਸਰਵਿਸ ਰੂਲ ਲਾਗੂ ਹੋਣੇ ਚਾਹੀਦੇ ਆ। ਪਰ ਇਹ ਇੰਨੀ ਗਹਿਰਾਈ ਤੱਕ ਪਹਿਲਾਂ ਤਾਂ ਕੋਈ ਜਾਂਦਾ ਹੀ ਨਹੀਂ ਸੀ। ਲੇਕਿਨ ਅਸੀਂ ਇਹ ਜ਼ਰੂਰ ਹੈ, ਪੰਜਾਬ ਦੇ ਖਿਲਾਫ ਕੋਈ ਵੀ ਇਹ ਸੈਂਟਰ ਸਰਕਾਰ ਦਾ ਜਿਹੜਾ ਫੈਸਲਾ ਹੋਊਗਾ ਐਂਟੀ ਪੰਜਾਬ, ਮਾਨ ਸਾਹਿਬ ਦੀ ਸਰਕਾਰ ਐਕਸੈਪਟ ਨਹੀਂ ਕਰੂ। ਵਿਧਾਨ ਸਭਾ 'ਚ ਮਤਾ ਪਾਸ ਕੀਤਾ, ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ। ਉਹਦੇ 'ਚ ਵੱਡੀਆਂ ਗੱਲਾਂ ਕੀਤੀਆਂ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ, ਹੀ ਕੂਚ ਕਰਾਂਗੇ, ਦਿੱਲੀ ਕਰਾਂਗੇ। ਹਾਲੇ ਹੋਇਆ ਨਹੀਂ, ਚਲੋ ਟਾਈਮ ਲੱਗਦਾ, ਕਰੋਗੇ, ਆਸ ਕਰਦੇ ਕਰੋਗੇ। ਜੇ ਕਰੋਗੇ ਮੈਂ ਵੀ ਜਾਊਂਗਾ। ਦੂਸਰੀ ਗੱਲ ਤੁਹਾਡੀ ਚਿੰਤਾ ਵਧਾਉਣ ਵਾਲੀ, ਔਰ ਤੁਹਾਡੀ ਸਰਕਾਰ 'ਤੇ ਵੱਡਾ ਐਲੀਗੇਸ਼ਨ ਹੈ, ਕੱਲ੍ਹ ਨੂੰ ਆਉਣ ਵਾਲੇ ਇਤਿਹਾਸ 'ਚ ਮਾਫ ਨਹੀਂ ਕੀਤਾ ਜਾਊਗਾ। ਮਤਾ ਪਾਸ ਹੋਣ ਤੋਂ ਕੁਝ ਦਿਨਾਂ ਬਾਅਦ
ਪੰਜਾਬ ਦੇ ਖਡੂਰ ਸਾਹਿਬ ਦੇ ਕਾਂਗਰਸ ਦੇ ਜਿਹੜੇ ਸੰਸਦ ਮੈਂਬਰ ਨੇ ਜਸਬੀਰ ਡਿੰਪਾ, ਜਸਬੀਰ ਗਿੱਲ, ਉਹਨਾਂ ਨੇ ਪਾਰਲੀਮੈਂਟ 'ਚ ਸਵਾਲ ਪਾਇਆ ਵੀ ਦੱਸਿਆ ਜਾਵੇ ਵੀ ਚੰਡੀਗੜ੍ਹ 'ਚ ਪੰਜਾਬ ਦਾ ਡੈਪੂਟੇਸ਼ਨ ਕੋਟੇ ਦੇ ਕਿੰਨੇ ਮੁਲਾਜ਼ਮ ਨੇ। ਔਰ ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਰਿਕਾਰਡ ਤੇ ਗੱਲ ਕਹੀ ਵੀ ਕਿਹੜੇ ਕੋਟੇ ਦੀ ਗੱਲ ਕਰਦੇ ਜੇ, ਸਾਡੇ ਕੋਲ ਕੋਈ ਡਾਕੂਮੈਂਟ ਹੀ ਨਹੀਂ ਹੈਗਾ ਵੀ ਚੰਡੀਗੜ੍ਹ ਵਿੱਚ ਪੰਜਾਬ ਦਾ 60 ਤੇ ਹਰਿਆਣਾ ਦਾ 40% ਕੋਟਾ। ਔਰ ਦੱਸਿਆ ਵੀ ਟੋਟਲ 971 ਮੁਲਾਜ਼ਮ ਤੇ ਅਧਿਕਾਰੀ ਜਿਹੜੇ ਡੈਪੂਟੇਸ਼ਨ ਤੇ ਨੇ ਪੰਜਾਬ ਤੇ ਹਰਿਆਣੇ ਦੇ। ਪੰਜਾਬ ਦੇ ਕੇਵਲ 602 ਮੁਲਾਜ਼ਮ ਤੇ ਅਧਿਕਾਰੀ ਡੈਪੂਟੇਸ਼ਨ ਤੇ ਨੇ, ਜਿਹਦੀ ਮੈਂ ਕੈਲਕੂਲੇਸ਼ਨ ਕੀਤੀ ਕੇਵਲ 1.62% ਬਣਦੀ, ਭਾਵੇਂ ਵੀ 58% ਤੋਂ ਵੱਧ ਸਾਡਾ ਕੋਟਾ ਖਾ ਗਏ। ਉਹਦੇ ਤੇ ਨਾ ਆਮ ਆਦਮੀ ਪਾਰਟੀ, ਨਾ ਪੰਜਾਬ ਸਰਕਾਰ ਦਾ ਮੁੱਖ ਮੰਤਰੀ, ਨਾ ਸ਼੍ਰੋਮਣੀ ਅਕਾਲੀ ਦਲ, ਨਾ ਕਾਂਗਰਸ ਤੇ ਨਾ ਬੀਜੇਪੀ ਬੋਲੀ ਹੈ। ਇਹ ਕੀ ਭੇਦ ਹੈ? ਨਹੀਂ, ਕੌਣ ਜ਼ਿੰਮੇਵਾਰ ਹੈ ਇਹਦਾ? 26 ਸਾਲ ਆਮ ਕਾਂਗਰਸ ਦੀ ਸਰਕਾਰ ਸੂਬੇ 'ਚ ਰਹੀ, ਜਦੋਂ ਦਾ 1966 ਦਾ ਰੀਆਰਗਨਾਈਜੇਸ਼ਨ ਐਕਟ ਬਣਿਆ। 29 ਸਾਲ ਕਿਉਂ ਨਹੀਂ ਛੱਡਦੇ? 29 ਲੋਕਾਂ ਨੇ ਮਾਂਜ ਕੇ ਸੁੱਟਤਾ ਉਹਨਾਂ ਨੂੰ। ਤੁਹਾਨੂੰ ਸਾਡੇ ਸਿਰ ਤੇ ਤਾਜ ਬੰਨਤਾ। ਅੱਜ ਹਾਲਾਤ ਕੀ ਕਰਤੇ, ਇੱਕ ਇੱਕ ਕਰਕੇ ਤੁਸੀਂ ਆਪਣੀਆਂ ਤਾਕਤਾਂ ਤੇ ਉਹਨਾਂ ਨੂੰ ਦੇਈ ਜਾਂਦੇ ਹੋ। ਤੁਸੀਂ ਸਾਰੇ ਫੈਸਲੇ 29 ਸਾਲ ਸੈਂਟਰ 'ਚ ਰਹੀ ਹੈ ਕੇਂਦਰ ਦੀ ਸਰਕਾਰ, 26 ਸਾਲ ਸੂਬੇ 'ਚ ਰਹੀ ਹੈ ਤਕਰੀਬਨ। ਲੇਕਿਨ ਕਿਉਂ ਨਹੀਂ ਲਿਆ ਇਹਨਾਂ ਨੇ? 1966 ਜਦੋਂ ਇਹ ਤੈਅ ਹੋ ਗਿਆ ਸੀ, ਪੰਜਾਬ ਦੇ ਵਿਰੋਧੀ ਨਿਕਲੇ। ਮੈਂ ਕਹਿ ਦਿੰਦਾ, ਤੁਸੀਂ ਦੱਸੋ ਨਾ ਹੁਣ, ਤੁਸੀਂ ਕਿਉਂ ਨਹੀਂ ਬੋਲੇ? ਇਹ ਮਹੀਨੇ ਡੇਢ ਮਹੀਨੇ ਦੀ ਗੱਲ ਹੈ। ਇਹ ਡੈਪੂਟੇਸ਼ਨ ਕੋਟੇ ਦੇ 4 ਲਾਈਨਾਂ ਦਾ ਬਿਆਨ ਵੀ ਨਹੀਂ ਆਇਆ ਤੁਹਾਡਾ। ਨਹੀਂ, ਜੇ ਤੇ ਕਿਸੇ ਦਾ ਵੀ ਨਹੀਂ ਆਇਆ। ਨਹੀਂ, ਜਿਹੜੀ ਚੀਜ਼ ਸਾਡੇ ਧਿਆਨ 'ਚ ਆਈ ਹੋਊਗੀ, ਨੋ ਡਾਊਟ ਪੰਜਾਬ ਪਾਰਲੀਮੈਂਟ 'ਚ ਕੇਂਦਰੀ ਗ੍ਰਹਿ ਰਾਜ ਮੰਤਰੀ ਕਹਿੰਦਾ ਹੋਵੇ ਕਿਹੜਾ ਪੰਜਾਬ ਹੈ ਡੈਪੂਟੇਸ਼ਨ ਕੋਟਾ ਹੀ ਹੈ ਨਹੀਂ, ਤੇ ਆਪਣੇ ਮਾਲਵਿੰਦਰ ਕੰਗ ਜਾਂ ਭਗਵੰਤ ਸਿੰਘ ਮਾਨ ਹੋਣਾ ਨੂੰ ਉਹਦੀ ਆਵਾਜ਼ ਹੀ ਨਹੀਂ ਸੁਣੀ। ਨਹੀਂ, ਮੈਨੂੰ ਕਿਵੇਂ ਸੁਣ ਗਈ? ਮੈਂ ਐਵੇਂ ਕਹਾਂ, ਮੈਂ ਇਮਾਨਦਾਰੀ ਨਾਲ ਗੱਲ ਕਰਦਾ ਹਾਂ, ਜੇ ਵਾਕਈ ਹੁੰਦੀ ਤੇ ਅਸੀਂ ਆਵਾਜ਼ ਨਾ ਮਾਨ ਸਾਹਿਬ ਇਸ ਚੀਜ਼ ਤੋਂ ਹੁਣ ਉਠਾਓਗੇ। ਲੇਕਿਨ ਇਹ ਮੈਂ ਜ਼ਰੂਰ ਤੁਹਾਨੂੰ ਪੰਜਾਬ ਦੇ ਇੰਟਰਸਟ ਦੀ ਜਿੱਥੇ ਤੱਕ ਗੱਲ ਹੈ, ਚਾਹੇ ਸੈਂਟਰ 'ਚ ਗੱਲ ਹੈ, ਚਾਹੇ ਸੂਬੇ ਦੀ ਗੱਲ ਹੈ, ਪੰਜਾਬ ਅਸੈਂਬਲੀ ਦੀ ਗੱਲ ਹੈ, ਮਾਨ ਸਰਕਾਰ ਡਟ ਕੇ ਪੰਜਾਬ ਦੇ ਹੱਕ 'ਚ ਖੜੋ। ਇੱਕ ਹੋਰ ਮਾਈਂਡ ਨਾ ਕਰੋ, ਕਿਉਂਕਿ ਪੰਜਾਬੀਅਤ ਦੀ ਗੱਲ ਕਰਦੇ, ਮੈਨੂੰ ਪਤਾ ਵੀ ਤੁਸੀਂ ਗੱਲ ਸਮਝਦੇ ਵੀ ਜੇ। ਜਿਹੜਾ BBMB ਦੀ ਗੱਲ ਹੈ, ਮੰਨ ਲੈਂਦੇ ਆ, ਉਹਦੇ 'ਚ ਮੈਂ ਇੱਕ ਅਜਿਹਾ ਸ਼ਖਸ ਸੀ ਬਤੌਰ ਜਰਨਲਿਸਟ ਜਿਹੜਾ 15 ਸਾਲਾਂ ਤੋਂ ਕਹਿ ਰਿਹਾ ਸੀ ਵੀ ਤੁਸੀਂ BBMB ਖਵਾ ਲੈਣੀ ਹੈ, ਭਾਵੇਂ ਉਹ ਸ਼ਰਨਜੀਤ ਢਿੱਲੋਂ ਸਨ ਕਿਸੇ ਵੇਲੇ ਸਿੰਚਾਈ ਮੰਤਰੀ, ਭਾਵੇਂ ਕੋਈ ਹੋਰ ਸੀ, ਸੁੱਖ ਸਰਕਾਰੀਆ ਸੀ, ਵੀ ਕਿਰਪਾ ਕਰਕੇ BBMB 'ਚ ਆਪਣੇ ਡੈਪੂਟੇਸ਼ਨ ਕੋਟੇ ਦੇ ਬੰਦੇ ਭੇਜੋ। ਕਿਉਂ ਹਰਿਆਣੇ ਹਿਮਾਚਲ ਵਾਲਿਆਂ ਨੂੰ ਉੱਥੇ ਲਾਉਣ ਲਈ ਮਜਬੂਰ ਕਰਦੇ ਜੇ? ਪੈਸੇ ਤੁਸੀਂ ਦਿੰਦੇ ਜੇ ਤੇ ਮੁਲਾਜ਼ਮ ਹਰਿਆਣੇ ਤੇ ਹਿਮਾਚਲ ਦੇ ਜਿਹੜੇ ਤਨਖਾਹਾਂ ਲੈਂਦੇ ਨੇ। ਹੁਣ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਾਵਰ ਮੈਂਬਰ ਪਾਵਰ ਦੀ ਪੋਸਟ ਖੋਲੀ ਹੈ, ਉਹਦੇ ਤੇ ਕੀ? ਨਹੀਂ, ਦੇਖੋ, ਜਿਹੜਾ ਤੇ ਪਿਛਲਾ ਹੋਇਆ ਉਹ ਤੇ ਪਿਛਲੀਆਂ ਸਰਕਾਰਾਂ ਜ਼ਿੰਮੇਵਾਰ ਹੈ, ਲੇਕਿਨ ਗਾਂ ਤੇ ਭਾਵੇਂ ਭਾਖੜਾ 'ਚ ਮੈਂਬਰ ਦੇਣ ਦੀ ਗੱਲ ਹੈ, ਇੰਪਲੋਈ ਦੇਣ ਦੀ ਗੱਲ ਹੈ, ਕਿਉਂਕਿ ਉਹਦੇ 'ਚ ਫਾਈਨੈਂਸ ਜਿਹੜਾ ਆਰਥਿਕ ਤੌਰ ਤੇ ਪੰਜਾਬ ਬਹੁਤ ਵੱਡਾ ਹਿੱਸੇਦਾਰ ਹੈ। ਤੇ ਜੇ ਪੰਜਾਬ ਦੇ ਇੰਪਲੋਈ ਨਹੀਂ ਰੱਖੇ ਜਾਣਗੇ, ਇਹ ਗੱਲ ਤੇ ਸਰਕਾਰ ਕੀ ਕਰ ਰਹੀ ਹੈ? ਸਰਕਾਰ ਤੇ ਕਰੂਗੀ। ਹੁਣ ਸਰਕਾਰ ਆਈ ਹੈ ਜੀ 1 ਮਹੀਨੇ 'ਚ 50 ਦਿਨ। ਇਹ ਫੈਸਲਾ ਜਿੱਦਣ ਡੈਮ ਸੇਫਟੀ ਐਕਟ ਬਣਦਾ ਹੈ, ਉਧਰ ਨਾ ਤੇ ਅਕਾਲੀ ਦਲ ਨੇ ਇਤਰਾਜ਼ ਕੀਤਾ ਪਾਰਲੀਮੈਂਟ 'ਚ, ਇਹਨਾਂ ਦੇ ਮੈਂਬਰ ਸੀ, ਨਾ ਕੀਤਾ ਕਾਂਗਰਸ, ਮਾਨ ਸਾਹਿਬ ਨੇ ਇਕੱਲਿਆਂ ਨੇ ਕੀਤਾ ਸੀ, ਲੇਕਿਨ ਮੈਜੋਰਿਟੀ BJP ਨਹੀਂ। ਉਸੇ ਐਕਟ ਦੇ ਅੰਡਰ ਹੀ ਇਹ BBMB ਦੀਆਂ ਤਾਕਤਾਂ ਜਿਹੜੀਆਂ ਸੈਂਟਰ ਨੇ ਆਪਣੇ ਕੋਲ ਲਈਆਂ। ਕਰੈਕਟ, ਬਿਲਕੁਲ ਠੀਕ ਹੈ। ਲੇਕਿਨ ਮੈਂ ਇਹ ਕਹਿਣਾ, ਇਹ ਨੌਬਤ ਉਦੋਂ ਹੀ ਬਣੀ ਆ ਜਦੋਂ ਉਧਰੋਂ ਅਵੇਸੜੀਆਂ ਹੁੰਦੀਆਂ ਰਹੀਆਂ ਸਰਕਾਰਾਂ। ਮੈਂ ਇਸ ਅੱਜ ਦੇ ਹਾਲਾਤ 'ਚ ਮੈਂ ਸਿਰਫ ਇੰਨੀ ਗੱਲ ਤੁਹਾਡੇ ਨਾਲ ਕਰ ਸਕਦਾ, ਭਵਿੱਖ 'ਚ ਜੇ ਇਹੋ ਜਿਹੀਆਂ ਕੋਈ ਇਨਜਸਟਿਸ ਪੰਜਾਬ ਨਾਲ ਹੋਊਗਾ, ਫਿਰ ਅਸੀਂ ਜ਼ਿੰਮੇਵਾਰ। ਤੁਹਾਡਾ ਮਤਲਬ ਇਹ ਜਿਹੜੀ ਮੈਂਬਰ ਪਾਵਰ ਦੀ ਪੋਸਟ ਗਈ, ਇਹ ਗਈ, ਇਹਦੇ ਬਾਰੇ ਕੁਝ ਨਹੀਂ ਕਰੋਗੇ ਤੁਸੀਂ? ਉਹਦੇ ਲਈ ਆਲਰੇਡੀ ਮੁੱਖ ਮੰਤਰੀ ਜੀ ਕਹਿ ਚੁੱਕੇ ਆ, ਮੈਂ ਪ੍ਰਾਈਮ ਮਿਨਿਸਟਰ ਨਾਲ ਟੇਕਅਪ ਕਰੂੰਗਾ ਇਸ਼ੂ। ਆਲਰੇਡੀ ਇਹ ਮੁੱਦਾ ਮੁੱਖ ਮੰਤਰੀ ਜੀ ਦੇ ਧਿਆਨ 'ਚ ਹੈ, ਔਰ ਜਦੋਂ ਵੀ ਮੁੱਖ ਮੰਤਰੀ ਜੀ ਅਗਲੀ ਵਾਰ ਪ੍ਰਾਈਮ ਮਿਨਿਸਟਰ ਕੋਲ ਜਾਂਦੇ ਆ ਤੇ ਇਹ ਟੇਕਅਪ ਕਰਨਗੇ ਇਸ਼ੂ। ਐਸੀ ਗੱਲ ਨਹੀਂ ਕਿ ਵੀ ਅਸੀਂ ਛੱਡ ਦਾਂਗੇ, ਕਿਉਂਕਿ ਸਾਡੀ ਆਰਥਿਕ ਤੌਰ ਤੇ ਵੀ ਤੇ ਉਹਦੇ 'ਚ ਤਨਖਾਹਾਂ ਤੇ ਪੰਜਾਬ ਦੇ ਰਿਹਾ, ਇੰਪਲੋਈ ਹਰਿਆਣਾ ਹਿਮਾਚਲ ਦੇ ਆ। ਨਹੀਂ, ਸੋ ਇਹ ਟੈਕਨੀਕਲ ਗੱਲ ਤੇ ਇਹਦੇ 'ਚ ਇਹ ਹੈ। ਬਿਲਕੁਲ ਬਿਲਕੁਲ। ਸੋ ਪਾਣੀਆਂ ਦਾ ਮੁੱਦਾ ਹੈ, ਬਿਜਲੀ ਦਾ ਮੁੱਦਾ ਹੈ, ਮਸਲੇ ਹੈ ਜੀ। ਗੱਲ ਇਹ ਆ, ਅੱਜ ਤੱਕ ਇਹ ਮੁੱਦਿਆਂ ਤੇ ਰਾਜਨੀਤੀ ਹੋਈ ਹੈ, ਕੰਕਰੀਟ ਕੋਈ ਸੋਲੂਸ਼ਨ ਲੱਭਿਆ ਨਹੀਂ ਗਿਆ। ਫਿਰ ਲੋਕਾਂ ਨੇ ਤਾਂ ਹੀ ਚੱਕ ਕੇ ਮਾਰੇ ਨਾ, ਤਾਂ ਹੀ ਤੇ ਸਵਾਲ ਅੱਜ ਕੰਗ ਸਾਹਿਬ ਨੂੰ ਕਰ ਰਹੇ ਆ ਤੇ 1 ਮਹੀਨੇ 'ਚ ਅੱਜ ਤਾਂ ਹੀ ਤੇ ਅਕਾਲੀ ਦਲ ਕਾਂਗਰਸ ਵਾਲਾ ਸਾਹਮਣੇ ਨਹੀਂ ਬਿਠਾਇਆ, ਕੰਗ ਸਾਹਿਬ ਬਿਠਾਏ ਨੇ। 70 ਸਾਲਾਂ ਦਾ ਵਿਗੜਿਆ ਢਾਂਚਾ ਅਜੇ ਤੇ 70 ਦਿਨ ਵੀ ਨਹੀਂ ਹੋਏ, ਇਹਦੀ ਤੇ ਸੁਧਰ ਸਕਦਾ। ਤੁਸੀਂ ਆਪ ਬੜੇ ਸੀਨੀਅਰ ਪੱਤਰਕਾਰ ਹੋ, ਸੁਲਝੇ ਹੋਏ ਪੰਜਾਬ ਦਰਦੀ ਹੋ,
ਤੁਸੀਂ ਆਪ ਸਮਝਦੇ ਹੋ। ਲੇਕਿਨ ਮੈਂ ਅੱਜ 50 ਪਰ ਜਦੋਂ ਕੇਜਰੀਵਾਲ ਸਾਹਿਬ ਮਾਨ ਸਾਹਿਬ ਗਰੰਟੀਆਂ ਦੇਣ ਦੀ ਗੱਲ ਕਰਦੇ ਉਦੋਂ ਤੇ ਲੱਗਦਾ ਸੀ ਵੀ ਇੰਨੀ ਇਹਨਾਂ 'ਚ ਪਾਵਰ ਇਹਨਾਂ ਤੇ ਇੱਕ ਦਿਨ 'ਚ ਹੀ ਲੈ ਕੇ ਲੋਕਾਂ ਨੂੰ ਆਸ ਹੈ। ਮੈਂ ਨਹੀਂ ਕਰਦਾ, ਲੋਕਾਂ ਨੂੰ ਆਸ ਹੈ ਵੀ ਲੱਗਦਾ ਹੈ ਵੀ ਇਹ ਤਾਂ 4-5 ਦਿਨਾਂ 'ਚ ਇਨਕਲਾਬ ਲਿਆ ਦੇਣਾ। ਜੇ ਕਿਸੇ ਨੇ ਸੋਚਿਆ ਸੀ ਵੀ ਸਰਕਾਰੀ ਜ਼ਮੀਨਾਂ ਛਡਾਈਆਂ ਜਾਣਗੀਆਂ, ਵੱਡੀ ਗੱਲ ਹੈ। ਕਿਸੇ ਨੇ ਐਪਰੀਸ਼ੀਏਟ ਕਰਦੇ, ਕਿਸੇ ਨੇ ਸੋਚਿਆ ਸੀ ਵੀ ਇਲੀਗਲ ਖੱਡਾ ਰੇਤੀਆਂ ਬੰਦ ਹੋ ਜਾਣਗੀਆਂ, ਐਪਰੀਸ਼ੀਏਟ ਕਿਸੇ ਕਰਦੇ ਨੇ ਕਿਹਾ ਸੀ ਵੀ ਨੌਕਰੀਆਂ ਦੇਣ ਦੀ ਪ੍ਰਕਿਰਿਆ ਸ਼ੁਰੂ ਹੋ ਜਾਊਗੀ, ਅਸੀਂ 6 ਮਹੀਨੇ 'ਚ ਦੇ ਦੇਣੀਆਂ, ਕਿਸੇ ਨੇ ਕਿਹਾ ਸੀ ਵੀ ਐਂਟੀ ਗੈਂਗਸਟਰ ਟਾਸਕ ਫੋਰਸ ਬਣੀ ਉਹ ਰਿਜ਼ਲਟ ਦੇਣ ਲੱਗ ਜੂਗੀ, ਕਿਸੇ ਨੇ ਕਿਹਾ ਸੀ ਵੀ ਪਟਵਾਰੀ ਤੇ ਤਹਿਸੀਲਦਾਰ ਐਂਟੀ ਕਰਪਸ਼ਨ ਐਕਸ਼ਨ ਲਾਈਨ ਦੇ ਅੰਦਰ ਫੜੇ ਜਾਣਗੇ। ਇਹ ਇੱਕ ਐਮਐਲਏ ਇੱਕ ਪੈਨਸ਼ਨ ਕਦੀ ਕੋਈ ਸੋਚ ਸਕਦਾ ਸੀ? ਇਹ ਤਾਂ ਲੋਕ ਹਾਰਨ ਤੋਂ ਬਾਅਦ ਸਰਕਾਰੀ ਘਰ ਨਹੀਂ ਛੱਡ ਰਹੇ, ਸਰਕਾਰੀ ਗੱਡੀਆਂ ਨਹੀਂ ਛੱਡ ਰਹੇ। ਤਾਂ ਇਹ ਜਿਹੜੀ ਪਿੱਤ ਪਈ ਆ, ਜਿਹੜੀ ਹਾਲਤਾਂ ਪੁਰਾਣੀਆਂ ਪਈਆਂ ਆ, ਜੇ ਅੱਜ ਮੈਂ ਕਹਾਂ ਜਾਂ ਮਾਨ ਸਾਹਿਬ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਵੀ ਰਾਤੋਂ ਰਾਤ ਨਹੀਂ ਹੋਣੀ ਚੇਂਜ, ਲੇਕਿਨ ਬਹੁਤ ਵੱਡੇ ਸਤਰ ਤੇ ਤਬਦੀਲੀ ਆਈ ਹੈ। ਜੇ ਸਰਕਾਰ ਲੋਕਾਂ ਨੇ ਤਬਦੀਲ ਕੀਤੀ ਆ ਤੇ ਸਰਕਾਰ ਨੇ ਵੀ ਬੜੀ ਜ਼ਿੰਮੇਵਾਰੀ ਨਾਲ ਆਪਣੀ ਜਿਹੜੀ ਡਿਊਟੀ ਸ਼ੁਰੂ ਕਰਤੀ ਹੈ ਨਿਭਾਉਣੀ। ਹਾਂ, ਸਾਡਾ ਐਮਐਲਏ, ਸਾਡਾ ਮਿਨਿਸਟਰ, ਸਾਡਾ ਕੋਈ ਹੋਰ ਆਮ ਆਦਮੀ ਪਾਰਟੀ ਦਾ ਲੀਡਰ ਕਿਸੇ ਮਾਫੀਆ ਦਾ ਹਿੱਸੇਦਾਰ ਹੋਵੇ, ਅਸੀਂ ਜਵਾਬ ਦੇਂ ਤੁਹਾਡੇ। ਚਲੋ ਇਹ ਤਾਂ ਵੱਡੀ ਗੱਲ ਹੈ। ਇਸੇ ਤਰ੍ਹਾਂ ਛੋਟੀ ਜਿਹੀ ਗੱਲ ਨਾਲ ਕਰ ਲਈਏ, ਕਿਉਂਕਿ ਮੈਂ ਇਹ ਪੰਜਾਬ ਦੇ ਮੁੱਦੇ ਗਿਣਾਉਣਾ ਚਾਹੁੰਦਾ। ਉਹ ਚੰਡੀਗੜ੍ਹ ਦਾ ਮੁੱਦਾ, ਉਹ ਡੈਪੂਟੇਸ਼ਨ ਦਾ ਮੁੱਦਾ, ਉਹ BBMA ਦਾ ਮੁੱਦਾ ਤੇ ਇੱਕ BSF ਦਾ ਮੁੱਦਾ ਵੀ ਹੈ। 15 ਕਿਲੋਮੀਟਰ ਤੋਂ 50 ਕਿਲੋਮੀਟਰ ਤੱਕ ਉਹਦੇ ਤੇ ਵੀ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਹੋਇਆ, ਭਾਵੇਂ ਪਿਛਲੀ ਸਰਕਾਰ ਨੇ ਕੀਤਾ, ਵਿਧਾਨ ਸਭਾ ਤੇ ਪੰਜਾਬ ਦੀ ਹੈ, ਉਹਦੇ ਤੇ ਵੀ ਫਿਲਹਾਲ ਕੋਈ ਪੈਰਵਾਈ ਲੱਗਦਾ ਨਹੀਂ ਕੋਈ ਹੋਈ ਹੈ। ਨਹੀਂ, ਇਹ ਜਿੰਨੇ ਵੀ ਸਾਰੇ ਇਸ਼ੂ ਹੈ BSF ਦਾ 50 ਕਿਲੋਮੀਟਰ ਦਾ PM ਲੈਵਲ ਦੇ ਅਲਟੀਮੇਟਲੀ ਤਾਕਤਾਂ ਤੇ ਹੁਣ ਉਹਨਾਂ ਕੋਈ ਹੈ ਨਾ। ਤੇ ਮੈਨੂੰ ਲੱਗਦਾ ਹੈ ਵੀ ਆਉਣ ਵਾਲੇ ਟਾਈਮ 'ਚ ਮਾਨ ਸਾਹਿਬ ਇਹ ਸਾਰੇ ਇਸ਼ੂ ਜਿਹੜੇ ਟੇਕਅਪ ਕਰਨਗੇ ਔਰ ਸੈਂਟਰ ਸਰਕਾਰ ਨੂੰ ਵੀ ਕਹਿਣਗੇ ਵੀ ਇਸ ਤਰੀਕੇ, ਕਿਉਂਕਿ ਕਿਸੇ ਨੂੰ ਤੁਸੀਂ ਦਬਾ ਕੇ ਇਹ ਮੁਲਕ ਚੱਲ ਹੀ ਨਹੀਂ ਸਕਦਾ। ਜੇ ਸੋਚਣ ਵੀ ਪੰਜਾਬ ਨੂੰ ਦਬਾ ਲਾਂਗੇ, ਪੰਜਾਬ ਦੇ ਅਧਿਕਾਰ ਨੱਪ ਕੇ ਲੋਕਾਂ ਨੂੰ ਦਬਾ ਕੇ, ਤੇ ਫਿਰ ਇਹ BJP ਆਪਣੇ ਆਪ ਬਹੁਤ ਵੱਡਾ ਖਤਰਾ ਜਿਹੜਾ ਪੈਦਾ ਕਰ ਰਹੀ ਹੈ ਮੁਲਕ 'ਚ। ਇਸ ਤਰ੍ਹਾਂ ਪੋਸੀਬਲ ਨਹੀਂ ਹੈ। ਅਸੀਂ ਪਹਿਰੇਦਾਰ ਹਾਂ ਇਸ ਗੱਲ ਦੇ, ਪੰਜਾਬ ਦੇ ਹੱਕਾਂ ਦੇ ਪਹਿਰੇਦਾਰ ਔਰ ਉਹ ਡਿਊਟੀ ਨਿਭਾਵਾਂਗੇ। ਇੱਕ ਕੰਗ ਸਾਹਿਬ 50 ਕੇ ਦਿਨ ਹੋਏ ਨੇ, ਬਹੁਤ ਚੰਗੀਆਂ ਗੱਲਾਂ ਵੀ ਆਈਆਂ, ਐਵੇਂ ਕਹੀ ਜਾਵੇ ਵੀ ਉਹਨੂੰ ਬਤੌਰ ਜਨਰਲ ਸਕੱਤਰ, ਜਿਵੇਂ ਇੱਕ ਵਿਧਾਇਕ ਤੇ ਇੱਕ ਪੈਨਸ਼ਨ, ਜਿਵੇਂ ਜ਼ਮੀਨਾਂ ਦੇ ਕਬਜ਼ੇ ਛੁਡਾਏ ਜਾ ਰਿਹਾ। ਇੱਕ ਸਵਾਲ ਬੜਾ ਖੜਾ ਹੋ ਗਿਆ ਆਮ ਆਦਮੀ ਪਾਰਟੀ ਪਰ, ਸਿਆਸੀ ਸਵਾਲ ਹੈ, ਕਿਉਂਕਿ ਵਿਰੋਧੀ ਧਿਰਾਂ ਕੋਲ ਚੋਣਾਂ 'ਚ ਇੱਕੋ ਹੀ ਸਭ ਤੋਂ ਵੱਡਾ ਐਲੀਗੇਸ਼ਨ ਸੀ ਆਪ ਲਈ ਵੀ ਇਹ ਤੇ ਬਾਹਰੀ ਨੇ, ਇਹ ਸਰਕਾਰ ਦਿੱਲੀੋਂ ਚੱਲਣੀ ਹੈ। ਜਦੋਂ ਰਾਜ ਸਭਾ 'ਚ 5 ਮੈਂਬਰ ਭੇਜੇ ਨੇ, ਪਾਠਕ ਸਾਹਿਬ, ਚੱਡਾ ਸਾਹਿਬ, ਅਰੋੜਾ ਸਾਹਿਬ, ਮਿੱਤਲ ਸਾਹਿਬ ਤੇ ਹਰਭਜਨ, ਲੱਗਦਾ ਨੇ ਵੀ ਉਹ ਸਵਾਲ ਜਿਹੜੇ ਉੱਠੇ ਨੇ ਉਹਦੇ ਜਵਾਬ ਸ਼ਾਇਦ ਪਾਰਟੀ ਕੋਲ ਫਿਲਹਾਲ ਉਹਨੇ ਠੋਸ ਨਹੀਂ ਹੈਗੇ, ਕਿਉਂਕਿ ਪੰਜਾਬ ਨਾਲ ਜੁੜੇ, ਪੰਜਾਬ ਨਾਲ ਭਿੱਜੇ ਔਰ ਪੰਜਾਬ ਨੂੰ ਅੱਖਾਂ ਮੀਟ ਕੇ ਜਿਹਨੂੰ ਸਭ ਕੁਝ ਦਿਸਦਾ ਹੋਵੇ, ਇੱਦਾਂ ਦਾ ਪੰਜਾਂ ਵਿੱਚ ਲੱਗਦਾ ਵੀ ਸ਼ਾਇਦ ਕੋਈ ਮੈਂਬਰ ਨਹੀਂ। ਪਾਠਕ ਸਾਹਿਬ ਔਰ ਜਿਹੜੇ ਰਾਘਵ ਚੱਡਾ ਜੀ ਹੈ, ਉਹਨਾਂ ਦਾ ਤੇ ਬਹੁਤ ਵੱਡਾ ਰੋਲ ਹੈ ਪਾਰਟੀ ਦੀ ਜਿੱਤ 'ਚ। ਵਿਰੋਧੀ ਦੋਸ਼ ਲਾਉਂਦੇ ਨੇ ਵੀ ਇਹ ਤੇ ਗੈਰ ਪੰਜਾਬੀ ਨੇ। ਮੈਂ ਦੱਸਦਾ, ਡਾਕਟਰ ਮਨਮੋਹਨ ਸਿੰਘ ਅਸਾਮ ਤੋਂ ਹੁੰਦੇ ਰਹੇ ਰਾਜ ਸਭਾ, ਅਰੁਣ ਜੇਤਲੀ ਜੀ ਗੁਜਰਾਤ ਤੋਂ ਹੁੰਦੇ ਰਹੇ, ਹੈ ਤੇ ਅੰਮ੍ਰਿਤਸਰ ਦੇ ਸੀ ਨਾ। ਨਰੇਸ਼ ਗੁਜਰਾਲ ਕਦੋਂ ਸੀ ਅੰਮ੍ਰਿਤਸਰ ਦੇ, ਹੁਣ ਤੇ ਰਾਘਵ ਚੱਡਾ ਜੀ ਦਾ ਪਿਛੋਕੜ ਵੀ ਪੰਜਾਬ ਦਾ। ਉਹ ਤੇ ਚਲੋ ਨਾਨੇ, ਅਰੁਣ ਜੇਤਲੀ ਜੀ ਦੇ ਵੀ ਨਾਨਕੇ ਹੀ ਸੀ, ਪਰ ਲੇਕਿਨ ਮੈਂ ਇਸ ਡਿਬੇਟ 'ਚ ਨਹੀਂ ਪੈਂਦਾ। ਨਰੇਸ਼ ਗੁਜਰਾਲ ਕੌਣ ਸੀ, ਉਹ ਵੀ ਪੰਜਾਬ 'ਚੋਂ ਜਾਂਦੇ ਰਹੇ ਆ। ਸੋ ਇਹ ਗੱਲ ਨਹੀਂ, ਇਹ ਤੇ ਪਾਰਟੀਆਂ ਨੇ ਆਪਣੇ ਲੈਵਲ ਤੇ ਫੈਸਲਾ ਲੈਣਾ ਹੁੰਦਾ ਆ, ਜਿਨ੍ਹਾਂ ਨੇ ਨੋਮੀਨੇਟ ਕਰਨੇ ਜਾਂ ਭੇਜਣੇ। ਇੱਕ ਗੱਲ, ਜਾਂ ਤਾਂ ਐਂਟੀ ਪੰਜਾਬ ਕੋਈ ਕੰਮ ਕਰਨ, ਫਿਰ ਤੇ ਸਵਾਲ ਖੜੇ ਕਰਨ ਦੀ ਗੱਲ ਹੈ। ਦੂਜੀ ਗੱਲ, ਵਿਰੋਧੀਆਂ ਕੋ ਹੁਣ ਮਸਲਾ ਤੇ ਕੋਈ, ਇਹ ਤੇ ਵਿਰੋਧੀ ਕਹਿ ਨਹੀਂ ਸਕਦਾ ਵੀ ਮਾਨ ਸਾਹਿਬ ਨੇ ਬੱਸਾਂ ਪਾ ਲੀਆਂ, ਮਾਨ ਸਾਹਿਬ ਨੇ ਹੋਟਲ ਬਣਾ ਲਏ, ਜਾਂ ਸਾਡੇ ਕਿਸੇ ਮਿਨਿਸਟਰ ਨੇ ਜਾਂ MLA ਨੇ ਕੋਈ ਰੇਤ ਦੀਆਂ ਖੱਡਾਂ ਲੈ ਲਈਆਂ। ਇਹ ਤਾਂ ਨਹੀਂ ਕਹਿ ਸਕਦੇ। ਲੈ ਦੇ ਕੇ 1.5 ਮਹੀਨੇ ਤੋਂ ਇੱਕ ਹੀ ਰਟ ਰਹੇ, ਦਿੱਲੀੋਂ ਚੱਲਦੀ ਜੀ, ਦਿੱਲੀੋਂ ਕਾਂਗਰਸ ਕਿੱਥੋਂ ਚੱਲਦੀ ਹੈ, BJP ਕਿੱਥੋਂ ਚੱਲਦੀ ਹੈ। ਅੱਜ ਆਮ ਆਦਮੀ ਪਾਰਟੀ ਦਾ ਨੈਸ਼ਨਲ ਲੈਵਲ ਤੇ ਬਹੁਤ ਵੱਡਾ ਵਿਸਤਾਰ ਹੈ। ਅਰਵਿੰਦ ਕੇਜਰੀਵਾਲ ਜੀ ਨੇ ਆਪਣੀ ਰਾਜਨੀਤੀ ਔਰ ਆਪਣੀ ਗਵਰਨੈਂਸ ਸਾਬਿਤ ਕੀਤੀ ਹੈ, ਔਰ ਦਿੱਲੀ ਦੇ ਮਾਣਯੋਗ ਮੁੱਖ ਮੰਤਰੀ IIT ਦੇ ਗ੍ਰੈਜੂਏਟ ਹੈ, ਸੀਨੀਅਰ ਅਫਸਰ ਰਹੇ ਆ। ਇੱਕ ਮਿਸ਼ਨ ਤੇ ਉਸ ਇਨਸਾਨ ਨੇ ਕੰਮ ਕੀਤਾ ਹੈ। ਉਹ ਕੋਈ ਰਾਹੁਲ ਗਾਂਧੀ ਵਾਂਗੂ ਕੋਈ ਫਰਜ਼ੀ ਡਿਗਰੀ ਲੈ ਕੇ ਨਹੀਂ ਆਏ। ਸੋ ਉਹਨਾਂ ਤੋਂ ਗਾਈਡੈਂਸ ਅਸੀਂ ਲੈਣੇ 'ਚ ਕੋਈ ਮਾੜੀ ਗੱਲ ਵੀ ਨਹੀਂ ਹੈ। ਜੇ ਚੰਗੀ ਚੀਜ਼ ਕਿਸੇ ਬੰਦੇ ਕੋਲ ਮਿਲਦੀ ਹੈ ਸਿੱਖਣ ਨੂੰ, ਔਰ ਵੈਸੇ ਵੀ ਉਹ ਨੈਸ਼ਨਲ ਹੈੱਡ ਹੈ ਪਾਰਟੀ ਦਾ, ਸੋ ਮੈਨੂੰ ਲੱਗਦਾ ਇਹ ਬੇਬੁਨਿਆਦ ਜਿਹੀਆਂ ਗੱਲਾਂ ਆ। ਹਾਂ, ਕਾਂਗਰਸ ਇਹ ਕਰਨ ਜਾਂਦੀ ਸੀ ਵੀ ਸਾਡੀਆਂ ਮਿਨਿਸਟਰੀਆਂ ਕਿਹਨੂੰ ਦੇਣੀਆਂ, ਕਿਹੜਾ ਮੁੱਖ ਮੰਤਰੀ ਹਟਾਉਣਾ, ਕਿਹਨੂੰ ਲਵਾਉਣਾ।
ਅਸੀਂ ਇਹ ਜ਼ਰੂਰ ਡਿਸਕਸ ਕਰਨ ਜਾਂਦੇ ਆ ਵੀ ਦਿੱਲੀ ਜਿਹੜੇ ਐਜੂਕੇਸ਼ਨ ਹੈਲਥ ਲਈ ਵਧੀਆ ਕੰਮ ਲੈ ਹੋਏ ਆ ਉਹਨੂੰ ਪੰਜਾਬ 'ਚ ਕਿਸ ਤਰ੍ਹਾਂ ਇੰਪਲੀਮੈਂਟ। ਕੰਗ ਸਾਹਿਬ, ਮੈਂ ਬੜੀ ਨੀਂਦ ਨਾਲ ਤੁਹਾਨੂੰ ਸੁਣ ਰਿਹਾ ਸੀ। ਮੈਨੂੰ ਲੱਗਦਾ ਪਾਰਟੀ ਬਹੁਤ ਸਿਆਣੀ ਤੁਹਾਡੀ, ਜਿਨ੍ਹਾਂ ਨੇ ਮਾਲਵਿੰਦਰ ਕੰਗ ਉਹਨਾਂ ਨੂੰ ਮੁੱਖ ਬੁਲਾਰਾ ਬਣਾਇਆ। ਗੱਲ ਕੀ ਸੀ ਤੇ ਲੈ ਤੁਸੀਂ ਕਿੱਧਰ ਗਏ? ਮੈਨੂੰ ਲੱਗਦਾ ਵੀ ਇਹਦਾ ਬਹੁਤਾ ਜਸਟੀਫਾਈਡ ਜਵਾਬ ਨਹੀਂ ਸੀ, ਪਰ ਤੁਸੀਂ ਕੋਸ਼ਿਸ਼ ਕੀਤੀ। ਮੈਨੂੰ ਇੱਕ ਸੱਚੇ ਮਨੋਂ ਵੈਸੇ ਮੇਰਾ ਖਿਆਲ ਉਹ ਵੀ ਜਵਾਬ ਨਹੀਂ ਦੇ ਸਕਦੇ, ਪਾਰਟੀ ਨਾਲ ਭੱਜੇ ਨਹੀਂ ਇਹ ਜਿਹੜੇ 5 ਰਾਜ ਸਭਾ 'ਚ ਮੈਂਬਰ ਭੇਜੇ ਨੇ ਇਮਾਨਦਾਰੀ ਨਾਲ। ਹੋਰ ਵੀ ਜਿਹੜੇ ਨੇ ਨਾ ਤੁਹਾਡੇ ਸਾਥੀ ਆਏ, ਮੈਂ ਉਹਨਾਂ ਨੂੰ ਕਿਹਾ ਸੀ ਸੱਚੇ ਮਨੋਂ ਦੱਸਿਓ ਵੀ ਜੇ ਇਹਨਾਂ 5 ਦੇ ਵਿੱਚ ਮਾਲਵਿੰਦਰ ਸਿੰਘ ਕੰਗ ਵੀ ਹੁੰਦਾ ਤੇ ਚੰਡੀਗੜ੍ਹ ਦਾ, SVL ਦਾ, ਪਾਣੀਆਂ ਦਾ, ਡੈਪੂਟੇਸ਼ਨ ਦਾ ਜਾਂ ਪੰਜਾਬ ਦੇ ਦਰਦਾਂ ਦੀ ਆਵਾਜ਼ ਜਿਹੜੀ ਉਹ ਕੰਗ ਜਿਹੜੀ ਬੁਲੰਦੀ ਨਾਲ ਉਠਾਉਂਦਾ ਕਿ ਇਹ 5 'ਚ ਕੋਈ ਵੀ ਉਠਾ ਸਕਦਾ। ਮੈਨੂੰ ਲੱਗਦਾ ਹਜੇ ਤੇ ਐਵੇਂ ਆਪਾਂ ਨੂੰ ਸ਼ੁਰੂਆਤ 'ਚ ਸਵਾਲ ਨਹੀਂ ਖੜੇ ਕਰਨੇ ਚਾਹੀਦੇ। ਕਈ ਵਾਰ ਪਾਰਟੀਆਂ ਬਹੁਤ ਦੂਰ ਤੱਕ ਸੋਚ ਕੇ ਫੈਸਲੇ ਲੈਂਦੀਆਂ, ਲੇਕਿਨ ਇਹ ਮੈਂ ਤੁਹਾਨੂੰ ਇੰਸ਼ੋਰ ਕਰਦਾ ਇਹ 5 ਮੈਂਬਰ ਕਦੇ ਵੀ ਐਂਟੀ ਪੰਜਾਬ ਨਹੀਂ ਭੁਗਤਣਗੇ, ਪੰਜਾਬ ਦੇ ਹੱਕ 'ਚ ਭੁਗਤਣਗੇ। ਅੱਛਾ, ਹੋਰ ਦੱਸੋ ਕੀ ਵੱਡੀ ਪ੍ਰਾਪਤੀ ਸੀ? ਮੈਂ ਤੇ ਸਵਾਲਾਂ ਦੇ ਸਵਾਲ ਪ੍ਰਾਪਤੀ ਕੀ ਆ? ਪ੍ਰਾਪਤੀ ਸਮਾਜ 'ਚ ਮਾਹੌਲ ਕਿਸ ਤਰ੍ਹਾਂ ਦਾ? ਅੱਜ ਆਮ MLA ਜਿਹੜੇ ਆ ਉਹ ਜਿਹੜਾ VIP ਕਲਚਰ ਸੀ ਪਹਿਲਾਂ, ਅੱਜ ਸਾਡੇ MLA ਆਮ ਸਧਾਰਨ ਹੈ। ਨਹੀਂ, ਉਹੀ ਜਿਪਸੀਆਂ ਨੇ, ਉਹੀ ਗੱਡੀਆਂ ਨੇ, ਉਹੀ ਸਿਕਿਉਰਿਟੀ ਹੈ, ਸਾਡਾ ਕੋਈ ਜੋ ਪਹਿਲੋਂ ਮਿਲਦਾ ਸੀ ਉਹੀ ਹੋਣਾ। ਦੂਜੀ ਗੱਲ ਨਹੀਂ ਲੈ ਨਹੀਂ ਰਹੇ ਚਲੋ ਜਿਹੜੇ ਵਜ਼ੀਰ ਹੁੰਦੇ ਆ ਜਾਂ ਮੁੱਖ ਮੰਤਰੀ ਸਾਹਿਬ ਜਾਂ ਈਵਨ ਆਪੋਜੀਸ਼ਨ 'ਚ ਵੀ ਇਦਾਂ ਦੇ ਕਰੀ ਚੰਨੀ ਸਾਹਿਬ ਵੀ ਗਲਤੀ ਨਾਲ ਕਹਿ ਗਏ ਜਦੋਂ ਨਵੇਂ ਮੁੱਖ ਮੰਤਰੀ ਬਣੇ, ਯਾਰ ਮੈਂ ਕਿਹਾ ਇਹਨਾਂ ਨੂੰ ਵੀ ਇਹ ਮੈਨੂੰ ਕਮਰੇ ਜੱਡੀ ਗੱਡੀ ਦੇ ਦਿੱਤੀ, ਮੈਨੂੰ ਨਹੀਂ ਇਹ ਚਾਹੀਦੀ, ਪਰ ਉਹ ਐਂਡ ਤੱਕ ਉਹੀ ਗੱਡੀ ਰਹੀ ਨਾਲ। ਚੰਨੀ ਸਾਹਿਬ ਨਾਲ ਤਾਂ ਸਾਰਾ ਡਰਾਮਾ ਸੀ। ਚੰਨੀ ਸਾਹਿਬ ਤੇ ਕਿਹੜੇ ਉਹਨਾਂ ਨੇ ਗੁਲ ਖਿਲਾਏ ਆ ਰੇਤੇ 'ਚ, ਉਹ ਸਾਰਿਆਂ ਨੂੰ ਪਤਾ, ਔਰ ਪਹਿਲਾਂ ਵੀ ਸਾਰਾ ਖਰੜ ਜਾਣਦਾ। ਦੂਜਾ ਬੁਨਿਆਦੀ ਫਰਕ ਇਹ ਹੈ, ਅੱਜ ਸਰਕਾਰੀ ਦਫ਼ਤਰ ਕਿਸੇ 'ਚ ਵੀ ਚਲੇ ਜਾਓ ਪੰਜਾਬ, ਜਿਸ ਤਰੀਕੇ ਨਾਲ ਕਰਪਸ਼ਨ ਤੇ ਲਗਾਮ ਲੱਗੀ ਆ ਔਰ ਜਿਸ ਤਰੀਕੇ ਨਾਲ ਡਰ ਪਿਆ, ਇਹ 'ਚ ਕੋਈ ਸ਼ੱਕ ਨਹੀਂ, ਡਰ ਪਿਆ। ਇਹੀ ਸਰਕਾਰ ਦੇ ਆਉਣ ਦਾ 1 ਮਹੀਨੇ 'ਚ ਅਗਰ ਇੰਨਾ ਵੱਡਾ ਇੰਪੈਕਟ ਹੈ। ਆ ਪਟਵਾਰੀਆਂ ਵਾਲਾ ਇਸ਼ੂ ਆਇਆ ਮਲੇਰਕੋਟਲੇ 'ਚ, ਸਾਰਾ ਪੰਜਾਬ ਸਰਕਾਰ ਦੇ ਹੱਕ 'ਚ ਖੜ ਗਿਆ ਵੀ ਠੀਕ ਫੈਸਲਾ ਲਿਆ ਵੀ ਵਿਜੀਲੈਂਸ ਬਿਊਰੋ ਨੇ ਜਿਹੜਾ ਐਕਸ਼ਨ ਦਿੱਤਾ, ਜਿਹੜੇ ਘਰਾਂ 'ਚੋਂ 33 ਰਜਿਸਟਰੀਆਂ ਲੱਭ ਰਹੀਆਂ, ਜਿਹਦੇ ਕਰੋੜਾਂ ਰੁਪਏ ਪੈਸਾ ਪਟਵਾਰੀ ਤੇ ਕਣਗੋ ਤੇ ਛੁੱਟੀ ਤੇ ਚੱਲ ਗਏ। ਮੈਨੂੰ ਲੱਗਦਾ ਹੈ ਅਗਰ ਉਹ ਪੰਜਾਬ ਤੈਸ਼ੀ ਹੋਣਗੇ, ਪੰਜਾਬ ਦਾ ਦਰਦ ਰੱਖਦੇ ਹੋਣਗੇ ਤੇ ਉਹ ਵੀ ਵਾਪਸ ਆਉਣਗੇ। ਅੱਜ ਸਾਰਾ ਪੰਜਾਬ ਇਸ ਗੱਲ ਨੂੰ ਮਹਿਸੂਸ ਕਰ ਰਿਹਾ ਵੀ ਉਹ ਬੰਦਾ ਗਲਤ ਸੀ ਮਲੇਰਕੋਟਲੇ ਵਾਲਾ ਜਿਹੜਾ, ਔਰ ਇਹ ਐਗਜ਼ਾਮਪਲ ਸੈੱਟ ਕੀਤੀ ਹੈ ਸਰਕਾਰ। ਇਹ ਪੋਜ਼ਿਟਿਵਿਟੀ ਸਮਾਜ 'ਚ ਆਈ ਆ। ਹਾਂ, ਆ ਜਿਹੜੀ ਮੈਂ ਪਾਣੀਆਂ ਦੀ ਗੱਲ ਕੀਤੀ, ਫਸਲਾਂ ਦੀ ਗੱਲ ਕੀਤੀ, ਦੇਖੋ ਜੇ ਮੈਂ ਕਹਾਂ ਵੀ ਅੱਜ ਹੀ ਸਾਰਾ ਕੁਝ ਹੋ ਜਾਣਾ, ਪਰ ਪੰਜਾਬ ਦੇ ਲੋਕ ਇਸ ਗੱਲ ਤੋਂ ਮੁਲਾਂਕਣ ਜ਼ਰੂਰ ਕਰਨਗੇ ਕਿ ਪਿਛਲੇ 50 ਦਿਨ 'ਚ ਸਰਕਾਰ ਦੀ ਡਾਇਰੈਕਸ਼ਨ ਕੀ ਰਹੀ ਆ। ਮੈਨੂੰ ਲੱਗਦਾ ਡਾਇਰੈਕਸ਼ਨ ਬਹੁਤ ਪਿਛਲੇ ਸਾਲਾਂ ਤੋਂ ਜਿਹੜੀਆਂ ਸਰਕਾਰਾਂ ਕੰਮ ਕਰਦੀਆਂ ਰਹੀਆਂ ਤੇ ਅੱਜ ਦਿਨ ਰਾਤ ਦਾ ਫਰਕ ਹੈ, ਔਰ ਮਾਨ ਸਾਹਿਬ ਦੀ ਮਨਸ਼ਾ ਤੇ ਕਿਸੇ ਨੂੰ ਸ਼ੱਕ ਨਹੀਂ। ਅਸੀਂ ਵੀ ਨਹੀਂ ਸ਼ੱਕ ਕਰਦੇ, ਕੋਈ ਸ਼ੱਕ ਨਹੀਂ ਇਹਦੇ 'ਚ, ਕਿਉਂਕਿ ਮਾਨ ਸਾਹਿਬ ਨੇ ਅੱਜ ਬੜੀ ਵੱਡੀ ਗੱਲ ਕਹੀ ਵੀ ਜੇ ਮੇਰਾ ਜੱਦੀ ਘਰ 'ਚ ਕੋਈ ਨਵੀਂ ਇੱਟ ਲੱਗੀ ਦੇਖੋਗੇ ਮੇਰੇ ਮੁੱਖ ਮੰਤਰੀ ਹੁੰਦਿਆਂ ਤੇ ਮੇਰੇ ਨਾਲ ਵੀ ਉਹੀ ਹਾਲ ਕਰੋ ਜੋ ਦੂਜਿਆਂ ਨੇ ਕੀਤਾ। ਇਹ ਵੱਡੀ ਗੱਲਾਂ ਨੇ। ਹੁਣ ਵੇਖੋ ਨਾ, ਇੱਕ ਇਹਦੇ 'ਚ ਮੈਂ ਜੋੜਦਾ ਹੁਣ ਕੋਲੇ ਦੀ ਖਦਾਨ ਵਾਲਾ ਜ਼ਿਕਰ ਕੀਤਾ, ਇੱਕ ਪਾਸੇ ਲਾਲਾ ਹੋਈ ਪਈ ਹੈ ਬਿਜਲੀ ਨੂੰ ਲੈ ਕੇ, ਕੋਲੇ ਦੀ ਸਪਲਾਈ ਨੂੰ ਲੈ ਕੇ। 2015 ਤੋਂ ਕੋਲੇ ਦੀ ਖਦਾਨ ਖਰੀਦੀ ਪੰਜਾਬ ਸਰਕਾਰ, ਦੇਖੋ ਚਾਲੂ ਨਹੀਂ ਕੀਤੀ। ਇਹ ਕਿੱਡੀਆਂ ਵੱਡੇ ਬਲੰਡਰ ਹੈ, ਬਹੁਤ ਵੱਡੇ ਸਕੈਮ ਹੈ, ਇਹਦੇ 'ਚ ਬੜੀ ਵੱਡੀ ਹਿੱਸੇਦਾਰੀ ਹੈ। ਆਉਣ ਵਾਲੇ ਟਾਈਮ 'ਚ ਵੀ ਦਿਖੂਗੀ ਸਾਹਮਣੇ। ਇੱਕ ਦੱਸੋ ਤੁਸੀਂ ਵੀ ਚੁਣੌਤੀ ਬਹੁਤ ਵੱਡੀ ਹੈ, ਰੋਜ਼ ਅਸੀਂ ਦੇਖਦੇ ਹਾਂ ਵੱਡੇ ਪੱਧਰ ਤੇ IAS IPS ਅਫਸਰਾਂ, PCS ਅਫਸਰਾਂ ਦੀਆਂ, ਹੋਰ ਅਫਸਰਾਂ ਦੀਆਂ ਬਦਲੀਆਂ ਹੋ ਰਹੀਆਂ। ਇਹਨੂੰ ਇੱਧਰ ਲਾ ਦਿਓ। ਨਿਜ਼ਾਮ ਉਹੀ ਹੈ, ਅਫਸਰਸ਼ਾਹੀ ਉਹੀ ਹੈ, ਸਿਸਟਮ ਉਹੀ ਹੈ, ਨੋ ਡਾਊਟ। ਜੇ 2022 'ਚ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕ ਜਿਤਾਤੇ ਨੇ ਤੇ ਉਹਦਾ ਮੁੱਖ ਜਿਹੜਾ ਆਧਾਰ ਸੀ ਵੋਟ ਪਾਉਣ ਦਾ, ਜਦੋਂ ਆਪ ਤੇ ਝਾੜੂ ਤੇ ਲੰਮਦੇ ਸੀ, ਬਟਨ ਦੱਬਦੇ ਸੀ, ਤੇ ਇੱਕੋ ਸੀ ਵੀ ਯਾਰ ਬਹੁਤ ਹੋ ਗਿਆ, ਇੰਨੇ ਵੀ ਬੜਾ ਕਰ ਲਿਆ, ਬੜਾ ਹੰਢਾ ਲਿਆ, ਪਰ ਸਾਨੂੰ ਇਹਨਾਂ ਨੇ ਦਿੱਤਾ ਕੁਛ ਨਹੀਂ, ਖੋਇਆ ਹੀ ਆ, ਲੁੱਟਿਆ ਹੀ ਆ। ਉਸੇ ਨਿਜ਼ਾਮ ਨੂੰ, ਜਿਵੇਂ ਤੁਹਾਡਾ ਨਾਰਾ ਇਨਕਲਾਬ ਕਿਵੇਂ ਆਊ? ਦੇਖੋ, ਇੱਕ ਤੇ ਇਸ ਗੱਲ ਦਾ ਸਾਨੂੰ ਪੂਰੀ ਤਰ੍ਹਾਂ ਅਹਿਸਾਸ ਹੈ ਵੀ ਆਮ ਪੰਜਾਬ ਦੇ ਲੋਕਾਂ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ। ਜੇ ਅਸੀਂ ਵੀ ਨਹੀਂ ਕਰਾਂਗੇ ਤੇ ਇਹ ਕੋਈ ਵੱਡੀ ਗੱਲ ਨਹੀਂ, 92 ਸਾਡੇ ਉਲਟ ਵੀ ਬਣ ਜਾਣਗੇ। ਇਹ ਸਮਝ ਲੈਣਾ ਚਾਹੀਦਾ। ਬਿਲਕੁਲ, ਇਹ ਸਾਡੇ ਧਿਆਨ 'ਚ ਹੈ ਔਰ ਸਾਨੂੰ ਸਮਝਦੇ ਅਸੀਂ ਇਸ ਗੱਲ ਨੂੰ, ਲੇਕਿਨ ਇਹੋ ਜਿਹੀ ਨੌਬਤ ਨਹੀਂ ਆਊਗੀ ਕਿਉਂਕਿ ਲੀਡਰ ਦੀ ਮਨਸ਼ਾ ਸਾਫ਼ ਹੈ, ਲੀਡਰ ਆਪ ਇਮਾਨਦਾਰ ਹੈ। ਜਿਹੜਾ ਇਹ ਬਿਊਰੋਕ੍ਰੇਸੀ ਵਾਲਾ, ਇਹ ਬੜਾ ਕੰਪਲਿਕੇਟਡ ਇਸ਼ੂ ਹੈ। ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਆ ਵੀ ਚੰਗੇ ਅਫਸਰਾਂ ਦੀ ਵੀ ਕਮੀ ਨਹੀਂ ਹੈ।
ਚੰਗੇ ਬਿਲਕੁਲ। ਅਫਸਰ ਵੀ ਬਹੁਤ ਹੈ। ਬਹੁਤ ਹੈ, ਪਰ ਨੁਕਰੇ ਲਾਏ ਸੀ। ਦੇਖੋ ਮੈਂ ਬੜੀ ਸਪਸ਼ਟ ਮੈਂ ਓਪਨ ਗੱਲ ਕਰ ਦਿੰਦਾ, ਅਸੀਂ ਹਮ। ਡਾਇਰੈਕਟ ਕੋਈ ਕੌਨਫਲਿਕਟ 'ਚ ਨਹੀਂ ਪੈਣਾ ਚਾਹੁੰਦੇ ਵੀ ਪੰਜਾਬ ਦਾ ਸਿਸਟਮ ਰੁਕ ਜੇ। ਹੂੰ 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 ਮਾਨ ਸਾਹਿਬ ਦੀ ਪੂਰੀ ਇਹ ਕੋਸ਼ਿਸ਼ ਹੈ ਵੀ ਚੰਗੇ ਤੇ ਕਾਬਲ ਅਫਸਰਾਂ ਨੂੰ ਕੰਮ ਤੇ ਲਾਇਆ ਜਾਵੇ। ਜੀ। ਉਹ ਜਿਹੜੀ ਐਕਸਰਸਾਈਜ਼ ਹੈ ਉਹ ਚੱਲ ਰਹੀ ਹੈ, ਹੂੰ ਉਹ 'ਚ ਥੋੜਾ ਟਾਈਮ ਵੀ ਲੱਗੂਗਾ। ਹੂੰ ਔਰ ਜਿਨ੍ਹਾਂ ਦੀਆਂ ਜੜ੍ਹਾਂ ਬੜੀਆਂ ਡੂੰਘੀਆਂ ਆ, ਜਿਹੜਾ ਨੈਕਸਸ ਕੰਮ ਕਰਦਾ ਰਿਹਾ, ਹੁਣ ਮੈਂ ਤੁਹਾਨੂੰ ਛੋਟਾ ਜਿਹਾ ਉਦਾਹਰਣ ਦੇ ਦਿੰਦਾ। ਹੂੰ ਜਲਾਲਾਬਾਦ ਦੇ ਕਿਸਾਨਾਂ ਨੂੰ ਨੋਟੀਫਿਕੇਸ਼ਨ ਕੱਢਤੀ, ਵਾਰੰਟ ਜਾਰੀ ਕਰਤੇ ਹੂੰ। ਨਿਚਲੇ ਲੈਵਲ ਦੇ ਅਫਸਰਾਂ ਨੇ। ਹੂੰ ਉਹ ਪਿਛਲੀ ਸਰਕਾਰ ਦਾ ਸੀਗਾ, ਹੂੰ ਨੋਟੀਫਿਕੇਸ਼ਨ ਤੇ ਵਾਰੰਟ ਜਾਰੀ। ਜੀ। ਇਹਨਾਂ ਨੇ ਈਵਨ ਫਾਈਨੈਂਸ, ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਹੈ ਕੋਆਪਰੇਟਿਵ, ਉਹਨਾਂ ਦੀ ਜਾਣਕਾਰੀ ਤੱਕ ਨਹੀਂ। ਲੇਕਿਨ ਇਹੋ ਜਿਹੇ ਬਹੁਤ ਸਾਰੇ ਲੋਕ ਹੈਗੇ ਆ ਹੂੰ ਜਿਨ੍ਹਾਂ ਨੂੰ ਸਹੀਏ ਹਾਈਡਲਾਈਨ ਕਰਨਾ ਪੈਣਾ ਹੂੰ ਤੇ ਚੰਗੇ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਪੈਣਾ, ਔਰ ਇਹ ਹੋਊਗਾ। ਉਮੀਦ ਰੱਖਣੀ ਚਾਹੀਦੀ ਆ, ਕਿਉਂਕਿ ਅੱਜ ਹਰੇਕ ਚੰਗਾ ਪੰਜਾਬੀ ਜਿਹੜਾ ਪੰਜਾਬ ਦੇ ਪ੍ਰਤੀ ਦਰਦ ਰੱਖਦਾ, ਉਹ ਇਹ ਚਾਹੁੰਦਾ ਵੀ ਬਦਲਾਵ ਹੋਵੇ ਸਮਾਜ 'ਚ, ਸਾਰੀ ਸੁਸਾਇਟੀ 'ਚ, ਨਾ ਕੇਵਲ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਭਾਈਚਾਰਕ ਤੌਰ ਤੇ ਹਰੇਕ ਤਰੀਕੇ ਦਾ ਬਦਲਾਵ ਹੋਵੇ। ਉਹਦੇ ਲਈ ਇੱਕ ਸਮਾਜਿਕ ਅੰਦੋਲਨ ਜਿਹੜਾ ਆ, ਜਾਂ ਸਮਾਜਿਕ ਮੁਹਿੰਮ ਜਿਹਨੂੰ ਕਹਿ ਸਕਦੇ ਹਾਂ, ਸੋਸ਼ਲ ਕੰਪੇਨ ਵੀ ਚਲਾਉਣੀ ਪੈਣੀ ਹੈ। ਮੈਨੂੰ ਲੱਗਦਾ ਸਰਕਾਰ ਅਗਵਾਈ ਕਰੂਗੀ, ਬੜੀ ਡਟ ਕੇ ਕਰੂ। ਬਹੁਤ ਮਿਹਰਬਾਨੀ ਕਾਂਗ ਸਾਹਿਬ, ਬਹੁਤ ਧੰਨਵਾਦ। ਸੋ ਤੁਸੀਂ ਸੁਣਿਆ, ਕੋਸ਼ਿਸ਼ ਕੀਤੀ ਵੀ ਪੰਜਾਬ ਦੇ ਲੋਕਾਂ ਦੇ ਜਿਹੜੇ ਸਵਾਲ ਨੇ ਭਗਵੰਤ ਸਿੰਘ ਮਾਨ ਦੀ ਸਰਕਾਰ ਅੱਗੇ ਉਹ ਵੀ ਰੱਖੇ ਜਾਣ, ਤੇ ਨਾਲ ਦੀ ਨਾਲ ਕੰਗ ਸਾਹਿਬ ਕੋਲੋਂ ਸੁਣਿਆ ਜਾਵੇ ਵੀ ਅੱਜ ਤੱਕ ਕੀਤਾ ਕੀ ਹੈ। ਔਰ ਕੁੱਲ ਮਿਲਾ ਕੇ ਕੰਗ ਸਾਹਿਬ ਦਾ ਇਹ ਕਹਿਣਾ ਵੀ ਸਾਡੀ ਨੀਤ ਤੇ ਨੀਅਤ ਠੀਕ ਹੈ, ਔਰ ਸਾਨੂੰ ਇਹ ਇਲਮ ਵੀ ਹੈ ਵੀ ਜੇ ਅਸੀਂ ਪਿਛਲਿਆਂ ਵਾਂਗ ਕਰਦੇ ਰਹੇ ਤੇ ਅਗਲੀ ਵਾਰ ਸਾਨੂੰ ਵੀ ਲੋਕਾਂ ਨੇ ਇੱਦਾਂ ਨੁਕਰੇ ਲਾ ਦੇਣਾ। ਸੋ ਆਸ ਕਰਦੇ ਹਾਂ ਵੀ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਦੇ ਲੋਕਾਂ ਦੀਆਂ ਆਸਾਂ ਤੇ ਖਰਾ ਉਤਰੇ ਔਰ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ਤੋਰੇ।